उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। हमें दृष्ट शुभ करै, हरै अग पाप सकल मल। काम क्रोध अर लोभ मोह, वश करै सबै बल। सदा सुख मन वसै, दुख संसार खोवै। गुर नव निद दरियाओ, जन्म हम कालख तोवै। सुकहु टल घुर सेवियै, अहनिस सहज सुभाए। दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाए। सतनाम श्री वाहिगुरु साहिब जी। जह प्रसाद धर ऊपर सुख बसहे, सुत प्रहात मीत बनता संग हसहे। जह प्रसाद धर ऊपर सुख बसहे, सुत प्रहात मीत बनता संग हसहे। जह प्रसाद पीवाहे शीतल जला, सुखदाई पवन पावक अमूला। जह प्रसाद भोगहे सब रसा, सगल समगरी संग साथ बसा। दीने हस्त पाँव करन नेत्र रसना, तिसहे त्याग अवर संग रचना। ऐसे दोख मूढ़ अंध व्यापे, नानक काढ़ ले हो प्रभु आपे। ऐसे दोख मूढ़ अंध व्यापे, नानक काढ़ ले हो प्रभु आपे। वाहिगुरु जी का खालसा, वाहिगुरु जी की फतेह। सच्चे पातशाह चबर छतर तख्त दे मालिक, जागदी जोत, 10 पातशाहियां दे आत्मक स्वरूप, खोटी बुद्धि दे विनाशक, किरपा दे सागर, मेहरां दे दाते,
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੇ ਸਮੇਂ ਦਾ ਸੁਖ ਮਾਣ ਰਹੇ ਹੋ। ਸਾਹਿਬ ਜੀ ਦੇ ਅੰਮ੍ਰਿਤ ਵੇਲੇ ਤੋਂ ਪਵਿੱਤਰ ਦਰਬਾਰ ਸਜੇ ਹਨ। ਹਜ਼ੂਰ ਦੀ ਤੁਰਕੀ ਬਾਣੀ ਦੇ ਇੱਕ ਰਸ ਚੱਲਦੇ ਪ੍ਰਵਾਹ ਵਿੱਚੋਂ ਗੁਰਮੁਖ ਸਿੱਖ ਸੰਗਤਾਂ ਨੇ ਵਡਭਾਗੀ ਬਣ ਕੇ ਲਾਹੇ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸਾਧ ਸੰਗਤ ਜੀ, ਅੱਜ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਪਵਿੱਤਰ ਸਾਲਾਨਾ ਜੋੜ ਮੇਲੇ ਚੌਂਕੀ ਦੀ ਪ੍ਰਾਰੰਭਤਾ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਤਖਤ ਸਾਹਿਬ ਜੀ ਤੇ ਅਰਦਾਸ ਕਰਕੇ ਹੋਈ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਹਜ਼ੂਰ ਇਸ ਧਰਤੀ ਨੂੰ ਦਿੱਲੀ ਤੋਂ ਸਤਿਗੁਰਾਂ ਜੀ ਨੇ ਰਵਾਨਗੀ ਪਾਈ ਸੀ ਤਾਂ ਮਾਤਾ ਸਾਹਿਬ ਕੌਰ ਜੀ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਜਦੋਂ ਹਜ਼ੂਰ ਨੇ ਆਗਿਆ ਕੀਤੀ ਕਿ ਭਾਈ ਤੁਸੀਂ ਹੁਣ ਇੱਥੇ ਦਿੱਲੀ ਹੀ ਰਹੋ, ਮਾਤਾ ਸੁੰਦਰ ਕੌਰ ਜੀ ਨੂੰ ਵੀ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਪਰ ਮਾਤਾ ਸਾਹਿਬ ਕੌਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਅਸੀਂ ਕਦੇ ਅੰਨ ਪਾਣੀ ਗ੍ਰਹਿਣ ਨਹੀਂ ਕੀਤਾ, ਸਾਡਾ ਨਿਯਮ ਕਿਵੇਂ ਨਿਭੇਗਾ? ਕਿਰਪਾ ਕਰੋ ਮਹਾਰਾਜ, ਸਾਨੂੰ ਦਾਸੀ ਨੂੰ ਆਪਣੇ ਨਾਲ ਲੈ ਚੱਲੋ। ਮਾਤਾ ਸਾਹਿਬ ਜੀ ਦੇ ਇਹ ਪ੍ਰੇਮ ਭਾਵਨਾ ਵੇਖ ਕਰਕੇ ਸੱਚੇ ਪਾਤਸ਼ਾਹ ਆਪਣੇ ਨਾਲ ਇਸ ਧਰਤੀ ਤੇ ਲੈ ਕਰਕੇ ਆਏ ਸੀ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਮਾਤਾ ਹੋਣ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਣ ਬਖਸ਼ਿਆ। ਜਿੱਥੇ ਮਾਤਾ ਜੀ ਦਾ ਪਵਿੱਤਰ ਸਥਾਨ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਇੱਥੇ ਪ੍ਰਸ਼ਾਦਾ ਛਕਿਆ ਕਰਦੇ। ਮਾਤਾ ਜੀ ਬਹੁਤ ਜੀ ਲਾ ਕੇ ਬੜੀ ਭਾਵਨਾ ਨਾਲ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ। ਕਈਆਂ ਯੁੱਗਾਂ ਦੀ ਤਪੱਸਿਆ ਦਾ ਫਲ ਸੀ ਮਾਤਾ ਜੀ ਨੂੰ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦੀ ਸੇਵਾ ਦਾ ਇਹ ਅਵਸਰ ਮਿਲਿਆ। ਬਹੁਤ ਪ੍ਰੀਤ ਨਾਲ ਬੜੀ ਭਾਵਨਾ ਨਾਲ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦੋਂ ਸਤਿਗੁਰਾਂ ਜੀ ਨੇ ਜੋਤੀ ਜੋਤ ਸਮਾਉਣਾ ਸੀ, ਮਹਾਰਾਜ ਜੀ ਨੇ ਫਿਰ ਪਹਿਲਾਂ ਹੀ ਸਤਿਗੁਰਾਂ ਜੀ ਨੇ ਆਗਿਆ ਕਰ ਦਿੱਤੀ ਸੀ ਕਿ ਸਾਹਿਬ ਕੌਰ ਜੀ ਤੁਸੀਂ ਹੁਣ ਦਿੱਲੀ ਪਰਤ ਜਾਓ ਤੇ ਜਿੱਥੇ ਮਾਤਾ ਸੁੰਦਰ ਕੌਰ ਜੀ ਦੀ ਰਿਹਾਇਸ਼ ਹੈ ਉੱਥੇ ਹੀ ਜਾਣ ਦੀ ਸਤਿਗੁਰਾਂ ਜੀ ਨੇ ਆਗਿਆ ਕੀਤੀ। ਮਾਤਾ ਸਾਹਿਬ ਜੀ ਨੇ ਫਿਰ ਇਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਤਾਂ ਨਿਯਮ ਹੈ ਕਿ ਆਪ ਦੇ ਦਰਸ਼ਨ ਕੀਤੇ ਤੋਂ ਬਿਨਾਂ ਅਸੀਂ ਅੰਨ ਪਾਣੀ ਗ੍ਰਹਿਣ ਨਹੀਂ ਕਰਦੇ। ਮਹਾਰਾਜ ਸਾਡਾ ਨਿਯਮ ਕਿਵੇਂ ਨਿਭੇਗਾ?
सच्चे पातशाह जी ने फिर आग्या कीती सी, अपने गातरे तो एक श्री साहिब दिती, 4 होर शस्त्र दिते। ये 5 शस्त्र महाराज जी ने दिंदियां होया श्री साहिब की बाबत सतगुरां जी ने आख्या, साहिब कौर जी, ये श्री साहिब साडे दादा सतगुरु मीरी पीरी दे मालक गुरु हरगोबिंद साहिब जी महाराज दी है। जदों अमृत वेले तुसी साडे दर्शनां दा नियम पूरा करदे हो, नितनेम करके इस शस्त्र दा दर्शन करोगे, जदों इस शस्त्र दे विच दी तुहानू साडा दर्शन होया करेगा ते तुसी आपदा नियम पूरा कर लिया करियो। ये सतगुरां जी ने आग्या कीती ते गरीब नवाज सतगुरु जी ने जदों जाण दा आदेश दे दिता, नाल सिंह सतगुरां जी ने तोरे है। माता जी आखिरी वार सतगुरां जी दा उस सरगुण रूप विच दर्शन करदियां चरण परसदियां बहुत डाढा ही दिल जिहड़ा है वो महाराज साहब जी दे दर्शनां विच लगा होया, जाना नहीं चाहुंदा। जे माता जी पालकी विच सवार होए तां भी दूर तक सतगुरु जी दे पवित्र मुखार बिंद वल वेंदे ही जांदे है, पर हुक्म मनना भला हुंदा है ना। सतगुरु जी दे हुक्म विच शीश झुकाउंदियां माता जी फिर इथों दिल्ली नूं कूच कीता। जदों सतगुरां जी ने फिर इत्थे महाराज जी ने ज्योति जोत समाए, सचखंड चाला मारिया ते माता जी नूं खबर मिली दिल्ली दे अंदर सच्चे पातशाह जी महाराज ने ये पाना वरता दिता है। माता साहब जी ने फिर एक चौंकड़े विच रह करके सतगुरु जी दे ध्यान विच सतगुरां जी दे स्वरूप नूं वसा करके एक चौंकड़े विच ही अपना शरीर जिहड़ा सी त्याग दिता। सच्चे पातशाह जी महाराज दी इन्नी याद हिरदे दे अंदर कि संसार विच जिहड़ा जीवना सी, जिस प्यारे सिउने हो तिसे आगे मर चली है, त्रिग जीवन संसार ताकै पाछै जीवना। माता जी ने दिल्ली दे विच ही अपना शरीर त्यागया। माता जी दे अस्त जो कीरतपुर साहिब लिजाए गए, उथे गुरुद्वारा पातालपुरी साहिब अंदर माता साहब जी दी यादगार वजों भी अस्थान जिहड़ा है थड़ा साहिब दे अंदर जिहड़े साध संगत जी केवल लिखती विच तख्ती जरूर है उत्थे कि इत्थे माता साहब जी दी यादगार भी कायम है। अज माता जी दे अस्थान दा ये सालाना जोड़ मेला है। श्रीमान संत बाबा मित सिंह जी निहंग सिंह महापुरखा ने बड़ी कालना काल के माता जी दे अस्थान ते बड़ियां लहरां लाइयां। अज दूर तक साध संगत जी जिहड़ी जमीन है जगीर है माता जी दे नां दे उपर, ये बड़ी डाढी कमाई है उन्हां सतपुरखां दी, जिन्हां अपना जीवन ही सारा इस अस्थान ते लेखे विच ला दिता। अज जोड़ मेले दे रूप विच संगतां तख्त साहिब जी तो जो शब्द चौंकी दे रूप विच संगती रूप विच उथे पहुंचणगीਆਂ। गुरुद्वारा शिकार घाट साहिब पहाड़ी दे उपर सतगुरां जी दा रमणीक अस्थान। साध संगत जी इत्थे मूले खत्तरी दी सतगुरां जी ने कल्याण कीती सी, जो खरगोश दी जून विच भटक रिहा सीगा। धन गुरु नानक देव सच्चे पातशाह जी महाराज जदों मूले नूं नाल लै गए सी, इसने ही लिख के दिता सी ना भाई मरदाना जी नूं कि जिउणा झूठ है, मरना सच है। ये एक पैसे दा झूठ ते एक पैसे दा सच सियालकोट दे बाजार विचों इस कराड़ दी दुकान तो भाई मरदाना जी खरीद के ले आए सी ते कुछ सोझी सी इसनूं इस इउं लिख दिता सी। महाराज ने हमजा गौश दा कोंप शांत कीता,
फिर महाराज आख्या भाई मर्दानिया जा उन्होंने बुला के लिया, जिन तेनों ये दिता है। लैके आए। महाराज ने पूछया कि भाई लिखिया ही है कि जानिया भी है? कहंदा महाराज जानिया नहीं, लिख के ही दिता है। हजूर प्रसन्न होए, कहंदे जानना चाहना है? हाँ महाराज मैं जानना चाहना कि मरना सच है, जिउना झूठ है। हजूर कहंदे नाल चल। फिर नाल चल रहा महाराज जी दे। वो जिक्र आउंदा है ये जदों कई अरसे बीत गए ते इसदे घर किसे सुनेह दिता कि मूला तो चढ़ाई कर गया है। इहदी घरवाली वियोग च चिखा बना के सड़ के मरन लगी। महाराज जी ने फिर आख्या कि मूलिया तेरे घर तां किसे आ खबर झूठी देती, तेरी घरवाली तां लगी है चिखा च सड़ के मरन, हुण किवें होवे? मूला बहुत घबराया, कहंदा महाराज मैं तां जिउणा, मेरी घरवाली सड़ मरेगी, किवें होवे हुण? सतगुरु जी कहंदे मूलिया उत्थे जाना चाहुंदा? महाराज हुण जाए दा की लाभ है, किन्ने समय तक पहुंच सकांगा मसां, उदों तक तां सड़ मरेगी। महाराज कहंदे करतार भली करेगा। देख जिस सच नूं जानन वास्ते तू साडे नाल रहे, वो सच स्वरूप परमेश्वर तेनू छिन विच ही उत्थे पहुंचा देवेगा। गुरु साहब जी ने अपना हथ पकड़ के ना उसदा अपने हथ नाल आख्या कह सत करतार। मूले ने सत करतार शब्द कहा। आपदे घर विच वेख्या अपने आप नूं, अपनी घरवाली नूं भज के उस रोकिया। फिर सतगुरु जी जदों कई अरसे बाद आए, महाराज सियालकोट आए सच्चे पातशाह जी। महाराज आख्या भाई मर्दानिया चल इत्थे साडा मित्र रहिंदा, उहनूं मिल चलीए। ते सतगुरां जी ने फिर इस दे घर दे दरवाजे अगे खलो के आवाज़ दिती। जिन्हां सतगुरां जी दे चरनां नूं परसण लई लुकाई तरसदी पए देवी देवते तरसदे है। मूले दी घरवाली ने वेख लिया ते सोचिया कि फिर लै जाणगे नाल ही। कहा महाराज मूला घर नहीं हैगा। सच्चे पातशाह जी महाराज ने फिर आवाज़ दिती। उस आख्या महाराज मूला घर नहीं हैगा। सद संगत जी जदों शेरे पंजाब जी ने राज किया उस समय ये सारियां यादगारां कायम कीतियां। सियालकोट दे अंदर गुरुद्वारा बाबे की बेर, जिस बेर थल्ले महाराज गुरु नानक साहब जी बैठे सी ना, साध संगत जी हमजा गौंस दा हंकार तोड़िया सी, उत्थे गुरुद्वारा साहिब कायम कीता। चिन्ह वजों भावें गुरुद्वारे साहब पहलों दे कायम सी, पर शेरे पंजाब जी ने बड़ी वड्डी सेवावां कीतियां, जगीरां नाम लाइयां। इस गुरुद्वारा बेर साहब दे विच शहीदी मिसल दी सेवा हुंदी सी ते तकरीबन 5-5, 10-10 हज़ार की गिणती विच घोड़े बज्जिया करदे सी ते कई साध संगत जी हज़ारां विघे जमीन गुरुद्वारे साहब दे नाम सीगी जो लिखत विच बोलदी है। ते अज सरोवर दा वड्डे सरोवर दा नामो निशान मिट गया। उस दे विच माफ़ करना उथों दे पशुआं दा गोहा पेशाब आदक पैंदा है। जिथों कदे संगतां चूड़े लैंदियां सी अज उत्थे घाह बूटी उगी पई है। ते जिहड़ा महाराज दे बैठण दा मुख स्थान सी बाबे की बेर, उन्हों उत्ते गाचनी फेर करके किसी मसीत बनाउण दा यतन कीता, पर कुछ सिंघां दे उद्यम नाल जदों उस दी निशानदेही करवाई गई, कहंदे नहीं ये तां मसीत है। उन्होंने गाचनी दे उत्ते जदों पानी पाया ना ते उस गाचनी तो खुर के जदों थल्ले खंडे दीयां तस्वीरां निकलियां, थल्ले गुरु नानक साहब दी फोटो निकली जो शेरे पंजाब जी दे वक़्त दीयां कलाकृतां सन। पंजां प्यारियां दी साजना करते हुए धन गुरु गोबिंद सिंह साहब जी महाराज की कलाकृत निकली थल्लों। फिर उथों दे जिहड़ा सी अदालत दे कार्रवाई चली ते कुछ की थां जिहड़ा सिंघां ने प्राप्त किया ते सरोवर दे दुआले तां मकान बन चुके है। पता ही नहीं लगता कि इत्थे सरोवर होएगा भी। केवल एक किले का भी थां मसा ही होना है, जिस दे दुआले भी बहुत रहायशां बन चुकियां हन।
ਹਮਜਾ ਗੌਂਸ ਦਾ ਮੱਠ ਵੀ ਉਵੇਂ ਮੌਜੂਦ ਹੈ, ਢੱਠਿਆ ਹੋਇਆ ਹੈ, ਹੌਲੀ ਹੌਲੀ ਗਿਰਦਾ ਜਾ ਰਿਹਾ ਹੈ। ਤੇ ਮੂਲੇ ਖੱਤਰੀ ਦਾ ਘਰ ਵੀ ਸਿਆਲਕੋਟ ਵਿੱਚ ਮੌਜੂਦ ਹੈ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸ਼ੇਰੇ ਪੰਜਾਬ ਜੀ ਦੇ ਵਕਤ ਦਾ। ਜਦੋਂ ਅਸੀਂ ਦਰਸ਼ਨ ਕੀਤੇ ਉੱਥੇ ਜਾ ਕਰਕੇ, ਨਿਸ਼ਾਨ ਸਾਹਿਬ ਵੀ ਨਹੀਂ ਹੈ। ਸਾਧ ਸੰਗਤ ਜੀ, ਗੁੰਬਦ ਵੀ ਜਿਹੜਾ ਉਹ ਕਿਰਦਾ ਜਾ ਰਿਹਾ ਹੈ। ਅੰਦਰ ਇੱਟਾਂ ਹੀ ਇੱਟਾਂ ਸਨ, ਚਮਚੜਕਾਂ ਅੰਦਰ ਬੜੀਆਂ ਹੋਈਆਂ। ਇੱਕ ਪਾਸੇ ਮਸੀਤ ਬਣੀ ਹੋਈ ਹੈ, ਉਹ ਗੁਰਦੁਆਰੇ ਸਾਹਿਬ ਦੀ ਹਦੂਦ 'ਚ ਹੀ ਗੋਦਾਮ ਬਣਾਇਆ ਹੋਇਆ ਹੈ। ਇੱਕ ਬੰਨੇ ਪਖਾਨਾ ਬਣਾਇਆ ਹੋਇਆ ਹੈ। ਇਸ ਤਰ੍ਹਾਂ ਸਾਡੇ ਬਹੁਤ ਇਤਿਹਾਸ ਦੀ ਨਿਸ਼ਾਨਦੇਹੀ ਕਰਨ ਵਾਲੇ ਜਿਹੜੇ ਪਵਿੱਤਰ ਸਥਾਨ ਨੇ, ਉਹ ਸਾਧ ਸੰਗਤ ਜੀ ਸੇਵਾ ਵਜੋਂ ਅੱਜ ਵੀ ਵਾਂਝੇ ਪਏ ਆ। ਤੋ ਮਹਾਰਾਜ ਨੇ ਉਸ ਦਰਵਾਜ਼ੇ ਦੇ ਸਾਹਮਣੇ ਖਲੋ ਕੇ ਸਤਿਗੁਰਾਂ ਜੀ ਨੇ ਆਖਿਆ ਸੀ, ਨਾਲ ਕਰਾੜਾਂ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਤੈ ਥਾਏ। ਇਹ ਸਤਿਗੁਰੂ ਜੀ ਨੇ ਵਾਕ ਕਹਿਤੇ ਕਿ ਤੈਨੂੰ ਪਤਾ ਨਹੀਂ ਤੇਰੀ ਮੌਤ ਕਿੱਥੇ ਹੈ। ਹਜੂਰ ਆਪ ਤਾਂ ਬਾਹਰ ਨੂੰ ਚੱਲ ਪਏ ਸੱਚੇ ਪਾਤਸ਼ਾਹ ਜੀ, ਤੇ ਗਹੀਰੇ ਚੋਂ ਸੱਪ ਦੇ ਲੜਨ ਕਰਕੇ ਮੂਲੇ ਦੀ ਮੌਤ ਹੋ ਗਈ ਥਾਂ ਹੀ। ਫਿਰ ਇਹ ਰੋਣ ਕਰਲਾਉਣ ਲੱਗੀ ਤੇ ਨਗਰ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਮੂਲੇ ਦੀ ਲੋਥ ਉਠਾ ਕੇ ਸਤਿਗੁਰੂ ਜੀ ਦੀ ਪੈੜ ਲੱਭਦੇ ਹੋਏ ਬਾਰ-ਬਾਰ ਆ ਗਏ। ਮਹਾਰਾਜ ਕੀਰਤਨ ਸੁਣ ਰਹੇ ਸੀ ਭਾਈ ਮਰਦਾਨਾ ਜੀ ਤੋਂ। ਲੋਥ ਹਜੂਰ ਰੱਖ ਕੇ ਮੱਥਾ ਟੇਕਿਆ, ਬੜਾ ਕਰਲਾਉਂਦਿਆਂ ਹੋਇਆਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਾਫ ਕਰ ਦਿਓ, ਭੁੱਲ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਚੱਲਿਆ ਵਚਨ ਨਹੀਂ ਹੁਣ ਵਾਪਸ ਹੋਵੇਗਾ। ਇਹਨੂੰ ਮੁਰਦੇ ਨੂੰ ਸਾਡੇ ਹਜੂਰ ਲੈ ਆਏ ਹੋ, ਇਹਦਾ ਇਹ ਫਲ ਹੋਏਗਾ। ਇਹਨੂੰ ਬਖਸ਼ਾਂਗੇ ਜ਼ਰੂਰ, ਪਰ 10ਵੇਂ ਜਾਮੇ 'ਚ ਬਖਸ਼ਾਂਗੇ। ਇਹ ਆਗਿਆ ਕਰਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਫਿਰ ਮੂਲਾ ਭਟਕਿਆ ਜੂਨਾਂ ਵਿੱਚ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਵਾਕ ਨੇ ਨਾ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇਕੀ ਆ ਜਾਏ। ਕਿਸੇ ਗਿਆਨ ਵਾਲ ਨੂੰ ਸਤਿਗੁਰੂ ਜੀ ਕਹਿੰਦੇ ਪੁੱਛ ਲੋ, ਗੁਰੂ ਜੀ ਤੋਂ ਬਿਨਾ ਕੌਣ ਮੁਕਤ ਪਾ ਸਕਿਆ ਹੈ। ਨਹੀਂ ਮੁਕਤੀ ਮਿਲਦੀ ਸਾਧ ਸੰਗਤ ਜੀ। ਜਦੋਂ ਫਿਰ ਹਜੂਰ ਨੇ ਸੂਰਬੀਰ ਬਚਨ ਕੇ ਬਲੀ ਕੀਤਾ ਹੋਇਆ ਬਚਨ ਸੀ ਨਾ ਪਹਿਲੇ ਸਰੂਪ ਦਾ, ਤੇ ਮਹਾਰਾਜ ਨੇ ਉਸ ਬਚਨ ਨੂੰ ਪੂਰਾ ਕਰਦਿਆਂ ਹੋਇਆਂ ਜਦੋਂ ਚੋਜੀ ਪਾਤਸ਼ਾਹ ਇੱਥੇ ਕੌਤਕ ਕਰ ਰਹੇ ਸਨ ਤੇ ਇਹ ਖਰਗੋਸ਼ ਦੀ ਜੂਨ ਵਿੱਚ ਅੱਗੋਂ ਦੀ ਨਿਕਲ ਕੇ ਦੌੜਿਆ ਸੀ, ਮਹਾਰਾਜ ਨੇ ਉਹ ਤੀਰ ਆਪਣੇ ਪੱਥੇ ਚੋਂ ਕੱਢ ਕੇ ਮਾਰਿਆ ਜਿਹੜਾ ਕਦੇ ਚਮਕੌਰ ਸਾਹਿਬ ਦੀ ਗੜੀ ਚੋਂ ਛੱਡਿਆ ਤੇ 10,000 ਦੇ ਵਿੱਚ ਦੀ ਕੱਢਿਆ ਸੀ। ਐਡਾ ਵੱਡਾ ਸ਼ਸਤਰ ਮਾਰਿਆ ਮਹਾਰਾਜ ਨੇ। ਤੇ ਭਾਈ ਦਇਆ ਸਿੰਘ ਸਾਹਿਬ ਨੇ ਆਖਿਆ, ਮਹਾਰਾਜ ਐਡਾ ਵੱਡਾ ਸ਼ਸਤਰ ਇਹਨੇ ਛੋਟੇ ਜਿਹੇ ਜਾਨਵਰ ਨੂੰ ਕਿਉਂ ਬਖਸ਼ਿਆ ਏ? ਇਹ ਤਾਂ ਇੱਟੇ ਵੱਟੇ ਨਾਲ ਹੀ ਮਰ ਜਾਣਾ ਸੀ। ਸਤਿਗੁਰੂ ਜੀ ਕਹਿੰਦੇ, ਭਾਈ ਦਇਆ ਸਿੰਘ ਜੀ, ਇਹ ਇਸੇ ਹੀ ਸ਼ਸਤਰ ਦਾ ਅਧਿਕਾਰੀ ਸੀ। ਇਹਨ ਸਾਡੇ ਪਹਿਲੇ ਸਰੂਪ ਵਿੱਚ ਸੰਗਤ ਕੀਤੀ ਸੀ, ਬੇਮੁਖ ਹੋਇਆ ਸੀਗਾ, ਜੂਨਾਂ ਵਿੱਚ ਭਟਕਿਆ। ਹੁਣ ਬਖਸ਼ਣ ਦਾ ਵਕਤ ਆ ਗਿਆ ਸੀ, ਇਸ ਕਰਕੇ ਇਹ ਮੂਲਾ ਖੱਤਰੀ ਹੈ, ਇਹਨੂੰ ਬਖਸ਼ਿਆ, ਹੁਣ ਸਦਗਤੀ ਦਿੱਤੀ ਹੈ। ਬਹਾਦਰ ਸ਼ਾਹ ਵੀ ਕਹਿੰਦੇ ਕੋਲ ਸੀ ਉਸ ਵਕਤ, ਸ਼ੰਕਾ ਕੀਤੀ, ਮਹਾਰਾਜ ਕਿਵੇਂ ਹੋ ਸਕਦਾ ਹੈ? ਹਜੂਰ ਨੇ ਦੁੱਭ ਰੂਪ ਵਿੱਚ ਮੂਲਾ ਸਾਹਮਣੇ ਹਾਜ਼ਰ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਦੇ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੋ ਕਿੱਥੋਂ ਭਟਕਦੇ ਹੋਏ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਛੁਡਾ ਲਿਆ। ਪੂਰੇ ਗੁਰੂ ਜੀ ਤੋਂ ਬਿਨਾ ਕੌਣ ਸਦਗਤੀ ਦੇ ਸਕਦਾ ਹੈ? ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਾਧ ਸੰਗਤ ਜੀ ਇਹ ਮੂਲੇ ਦੀ ਸਦਗਤੀ ਕੀਤੀ ਹੈ। ਤੇ ਇਸ ਅਸਥਾਨ ਨੂੰ ਸ਼ਰਧਾ ਨਾਲ ਗੁਰਸਿੱਖ ਇਵੇਂ ਵੀ ਕਹਿੰਦੇ ਹੈ ਕਿ ਮਹਾਰਾਜ ਜੀ ਨੇ ਇੱਥੇ 84 ਕੱਟ ਦਿੱਤੀ ਸੀ ਮੂਲੇ ਦੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡਾ ਵੀ 84 ਦਾ ਗੇੜ ਕੱਟੋ। ਸਤਿਗੁਰਾਂ ਜੀ ਨੇ ਜੋ ਇੱਥੇ ਕੌਤਕ ਵਰਤਾਏ ਹੈ, ਉੱਥੇ ਸਾਧ ਸੰਗਤ ਜੀ ਪਵਿੱਤਰ ਸਥਾਨ ਹਨ ਕਾਇਮ, ਸੰਗਤਾਂ ਦਰਸ਼ਨ ਕਰਦੀਆਂ। ਮਾਤਾ ਸਾਹਿਬ ਜੀ ਦਾ ਸਥਾਨ ਵੀ ਗੋਦਾਵਰੀ ਦੇ ਕੰਢੇ ਤੇ ਬਹੁਤ ਰਮਣੀਕ ਹੈ। ਆਦਿ ਕਾਲ ਤੋਂ ਹੀ ਇੱਥੇ ਜਿਹੜੇ ਪੰਥ ਅੰਦਰ ਨਾਮ ਰਸੀਏ ਅਭਿਆਸੀ ਹੈ, ਉਹ ਆ ਕੇ ਆਪਣਾ ਨਿਯਮ ਰੱਖਦੇ ਹੈ, ਨਾਮ ਦਾ ਅਭਿਆਸ ਕਰਦੇ ਹੈ ਤੇ ਮਾਤਾ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੈ। ਸ਼ਿਕਾਰ ਘਾਟ ਸਾਹਿਬ ਉੱਤੇ ਪਹਾੜੀ ਤੇ ਦੂਰ ਸਭ ਕੁਝ ਦਿਖਾਈ ਦਿੰਦਾ ਹੈ। ਬਹੁਤ ਰਮਣੀਕ ਅਸਥਾਨ ਹੈ। ਅੱਜ ਸਾਲਾਨਾ ਜੋੜ ਮੇਲਾ ਹੈ ਸ਼ਬਦ ਚੌਂਕੀ
ਜਿਹੜੀ ਹੈ ਆਰੰਭ ਹੋਈ ਹੈ। ਤਾਂ ਕਰਕੇ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਉਪਦੇਸ਼ ਦੀ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਕੱਲ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਲੰਘਿਆ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ, ਪਰਮੇਸ਼ਰ ਨੇ ਐਡੀ ਵੱਡੀ ਪ੍ਰੀਤ ਨਾਲ ਨਵਾਜਿਆ, ਜਿਨ੍ਹਾਂ ਨੇ ਇਹ ਵਾਕ ਕਹੇ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸਭ ਸੰਸਾਰੀ ਨਾਤੇ ਛੱਡ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪਿਆਰ ਕੀਤਾ, ਜਿਨ੍ਹਾਂ ਦੀ ਬਾਬਤ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਸਾਰੀ ਮਾਇਆ ਹੀ ਤਿਆਗ ਦਿੱਤੀ। ਫਿਰ ਜਿਨ੍ਹਾਂ ਨੇ ਇੰਨਾ ਬੈਰਾਗ ਕਮਾਇਆ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, हाड मास नाड़ी को पिंजर पंखी बसै विचारा। ऐसे बैरागमई बचन भगत रविदास जी ने उचारण कीते। परमेश्वर दे प्यार विच कहंदे ऐसी लाल तुझ बिन कौन करै, गरीब नवाज गुसाइया मेरा माथे छत्र धरै। ऐसे बचन जिन्हां ने सच्चे पातशाह जी कहंदे वाहिगुरू दे प्यार विच साध संगत जी कथन कीते है। वो भगत रविदास जी चाहे चमियार जाति दे विच जन्म होया सीगा, पर भगती वाहिगुरू दी करके सब दे पूजनीक बने। सारे विपर ब्राह्मण आदਿਕ ਜਿਹੜੇ ਸੀ बहुत आचार रखण वाले सत्कार दे नाल भगत जी नूं डंडौत बंदना करदे सन। भगत रविदास जी दा कल दे दिन साध संगत जी जन्म दिहाड़ा लंघिया है। तो आप संगतां नूं बहुत बहुत ਵਧਾਈਆਂ होण। सच्चे पातशाह जी महाराज जो सानू हजूर सिक्ख्या बख्शिश कर रहे है, आओ प्यार नाल सरवण करिए। महाराज जी दे पवित्र चरणां दा ध्यान करदे होए आखो जी सतनाम श्री वाहिगुरु साहिब जी। सतनाम श्री वाहिगुरु साहिब जी। जह प्रसाद धर ऊपर सुख बसहे। सच्चे पातशाह जी महाराज गरीब नवाज ने ये साध संगत जी चौथी जिहड़ी अष्टपदी है ये आरंभ कीती है, बख्शिश कीती है। 3 अष्टपदियां संपूर्ण होईयां। कल दे दीवान विच चौथी अष्टपदी अते श्लोक इहदी आरंभता हुई। सच्चे पातशाह जी महाराज ने वाहिगुरू जी दे अगे साडे लई अरदास कीती है कि महाराज ये जीव कुछ नहीं समझदा अपना आप, किरपा करके तुसी बौड़ी करो, तुसी इहनूं सदबुद्धि दिओ, बख्श लो। फिर सच्चे पातशाह जी ने जीव नूं समझाया भी है कि तेरे कोल गुण कुछ भी नहीं हैगे ते बेसमझ हो रहा है। उस वाहिगुरू नूं चेते कर लै, क्योंकि सिर तोड़ तेरे नाल निभेगा वाहिगुरू दा नाम। सच्चे पातशाह जी महाराज ने फिर अष्टपदी दे अंदर सिक्ख्या दिती कि जो रमिया होया परमेश्वर है उहदे नाम नूं चेते कर हे प्राणा धारी जीव। वेख तेरा मूल की सीगा ते किहो जी नर नरैणी तेरी देह वाहिगुरू ने बना दिती है। फिर महाराज सच्चे पातशाह जी कहंदे ने जिस परमेश्वर ने तेनू पैदा करके किन्ने सोहणे अंग प्रतंग तेरे साज दिते है, फिर सोहणे वस्त्रां नाल सोहणे नैन नक्शां दे नाल तेनू शिंगार दिता है। जे ये कुछ तेरे शरीर ते वाहिगुरू जी लाउंदे ही ना ते वेख किड्डा तेरा शरीर ही करूप लगना सी, भैड़ा लगना सीगा। तो सच्चे पातशाह जी महाराज कहंदे उस वाहिगुरू दा तू शुकराना करिया कर। परमेश्वर दा तू शुकराना नहीं करदा जिसने माता दी गर्भ अग्नि विच तेरी रखिया कर कीती है। फिर जदों तू बालक सीगा कुछ खा नहीं सी सकदा, उदों माता दे अस्थना विच तेरी पेट पूर्ति लई अमृत वर्गा दुध पैदा कीता। पर जवानी विच तैनूं भोजनां दे सुख लैण दी सुध दित्ती है। फिर सच्चे पातशाह जी महाराज कहंदे आ जदों बिरध हो गए हैं फिर उपर सेवा करन वास्ते साख संबंधी ते साथी आदਿਕ ਜਿਹੜੇ ਹਨ मित्र वो खड़े कर दिते है।
ਸੱਚੇ ਪਾਤਸ਼ਾਹ ਕਹਿੰਦੇ ਬੈਠਿਆਂ ਹੋਇਆਂ ਹੀ ਤੇਰੇ ਮੁਖ ਵਿੱਚ ਭੋਜਨ ਆਦਿਕ ਦਿੰਦੇ ਐ। ਸਤਿਗੁਰੂ ਜੀਓ ਜੀਵ ਨੂੰ ਨਾ ਇਹ ਚੇਤੇ ਕਰਾ ਕਰਕੇ ਕਿ ਜੀਵ ਤੂੰ ਵੇਖ ਕਿੱਧਰ ਲੱਗਿਆ ਹੋਇਆ, ਵਾਹਿਗੁਰੂ ਦੇ ਉਪਕਾਰ ਨਹੀਂ ਚੇਤੇ ਕਰਦਾ। ਫਿਰ ਅਖੀਰਲੀਆਂ ਜਿਹੜੀਆਂ ਪੌੜੀ ਦੀਆਂ 2 ਪੰਕਤੀਆਂ ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਅਰਦਾਸ ਕਰਦੇ ਐ ਵਾਹਿਗੁਰੂ ਦੇ ਸਨਮੁਖ ਸੁਰਤ ਕਰਕੇ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। हे ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੀ ਪ੍ਰਾਪਤੀ ਵਾਲੇ ਇਹਦੇ ਵਿੱਚ ਗੁਣ ਹੈ ਨਹੀਂ, ਸਤ ਸੰਤੋਖ ਦਇਆ ਧਰਮ ਇਹ ਗੁਣ ਹੈ ਨਹੀਂ ਇਸ ਜੀਵ ਦੇ ਕੋਲੋਂ, ਤੇ ਗੁਣ ਕਛੂ ਨਾ ਬੂਝੈ। ਕੋਈ ਆਪ ਦੇ ਗੁਣ ਉਪਕਾਰ ਨੂੰ ਬੁੱਝਦਾ ਹੀ ਨਹੀਂ ਕਿ ਮਾਤਾ ਦੇ ਗਰਭ ਵਿੱਚ ਤੁਸੀਂ ਰੱਖਿਆ ਕੀਤੀ ਹੈ, ਫਿਰ ਇੰਨਾ ਜ਼ਿਆਦਾ ਤੁਸੀਂ ਸਾਰ ਸੰਭਾਲ ਕੀਤੀ ਹੈ, ਸਾਜਨਾ ਕੀਤੀ ਹੈ, ਇਉਂ ਇਹ ਸਮਝਦਾ ਨਹੀਂ ਹੈ ਜੀਵ, ਨਿਰਗੁਣ ਹਾਰ ਹੈ। ਗੁਣ ਕੋਈ ਵੀ ਨਹੀਂ ਆਪ ਦਾ ਉਪਕਾਰ ਬੁੱਝਦਾ ਏ, ਤੇ ਬਖਸ਼ ਲਿਓ ਤਾਂ ਨਾਨਕ ਸੀਜੈ। ਮਹਾਰਾਜ ਜੇ ਤੁਸੀਂ ਬਖਸ਼ ਲਓ ਨਾ ਤਾਂ ਫਿਰ ਹੀ ਇਹਨੂੰ ਸਮਝ ਪੈ ਸਕਦੀ ਹੈ, ਫਿਰ ਹੀ ਇਹਦਾ ਛੁਟਕਾਰਾ ਹੋ ਸਕਦਾ ਹੈ। ਆਪ ਕਿਰਪਾ ਕਰਕੇ ਬਖਸ਼ੋ। ਇਹ ਨਿਰੰਕਾਰ ਦੇ ਸਨਮੁਖ ਸਤਿਗੁਰੂ ਜੀ ਅਰਦਾਸ ਕਰਦੇ ਆ ਸਾਡੇ ਲਈ, ਗਰੀਬ ਨਿਵਾਸਾਂ ਨੂੰ ਛਡਾਉਂਦੇ ਇਸ ਜੰਜਾਲ ਤੋਂ। ਸੱਚੇ ਪਾਤਸ਼ਾਹ ਜੀ ਹਜੂਰ ਬਖਸ਼ਿਸ਼ ਕਰਦੇ ਹਨ। ਅੱਜ ਹੁਣ ਇਹ ਦੂਜੀ ਪੌੜੀ ਜਿਹੜੀ ਅਸ਼ਟਪਦੀ ਦੀ ਆਰੰਭ ਹੋ ਰਹੀ ਹੈ। ਮਹਾਰਾਜ ਫਰਮਾਉਂਦੇ ਹਨ, ਜਹ ਪ੍ਰਸਾਦ ਧਰ ਉਪਰ ਸੁਖ ਬਸਹਿ। ਸਾਧ ਸੰਗਤ ਜੀ ਜਦੋਂ ਸੰਗਤੀ ਰੂਪ ਵਿੱਚ ਵੀ ਬੈਠ ਕੇ ਪਾਠ ਕਰਦੇ ਆ ਤੇ ਜਹ ਪ੍ਰਸਾਦ ਤੋਂ ਜੇ ਆਪਾਂ ਇੱਕ ਗਲਤੀ ਕੀਤੀ ਨਾ ਤੇ ਸਮਝ ਲਓ ਫਿਰ ਸਾਰੀ ਅਸ਼ਟਪਦੀ ਹੀ ਗਲਤ ਪੜਾਂਗੇ। ਜਿਹ ਪ੍ਰਸਾਦ, ਜੱਜੇ ਨੂੰ ਸਿਹਾਰੀ ਹੈ ਜਿਹ ਪ੍ਰਸਾਦ, ਤੇ ਜਦੋਂ ਜੋਟੀਆਂ 'ਚ ਪੜ੍ਹਦੇ ਐ ਜਹ ਪ੍ਰਸਾਦ ਜਹ ਪ੍ਰਸਾਦ ਜਹ ਪ੍ਰਸਾਦ, ਕਿੰਨਾ ਗਲਤ ਪੜ੍ਹਦੇ ਆ ਆਪਾਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ, ਜਦੋਂ ਸਿੱਖ ਨੇ ਇੱਕ ਲਾਂ ਹਟਾਤੀ ਸੀ ਨਾ ਪੜ੍ਹਦਿਆਂ ਹੋਇਆਂ, ਤੇ ਉਹਨੂੰ ਫਿਰ ਜਦੋਂ ਮਾਰ ਪਈ ਤਾਂ ਉਹਨੂੰ ਰੋਸ ਕੀਤਾ ਕਿ ਹਾਂ ਮਹਾਰਾਜ ਤੁਹਾਡੀ ਤਾਂ ਆਗਿਆ ਹੈ ਕਿ ਬਾਣੀ ਪੜ੍ਹਨ ਨਾਲ ਪਰਲੋਕ 'ਚ ਜਮਾਂ ਦੀ ਮਾਰ ਨਹੀਂ ਪੈਂਦੀ, ਆਪ ਦੇ ਦਰਬਾਰ 'ਚ ਮਾਰ ਪਈ ਹੈ। ਸਤਿਗੁਰੂ ਜੀ ਕਹਿੰਦੇ ਭਾਈ ਸਿੰਘਾ ਰੋਸ ਨਾ ਕਰ, ਤੂੰ ਬਾਣੀ ਦੇ ਜਿਹੜੀਆਂ ਲਗਾ ਮਾਤਰਾਂ ਤੋੜ ਰਿਹਾ ਸੈਂ। ਸਤਿਗੁਰੂ ਜੀ ਨੇ ਜਦੋਂ ਉਹਨੂੰ ਸਮਝਾ ਦਿੱਤਾ, ਕਹਿਣ ਲੱਗਾ ਮਹਾਰਾਜ ਭੁੱਲ ਹੋ ਗਈ। ਸਤਿਗੁਰੂ ਜੀ ਕਹਿੰਦੇ ਤੇਰੇ ਤੇ ਚਪੇੜਾਂ ਵੱਜੀਆਂ ਨਾ ਤੇ ਰੋਸ ਕਰਦਾ, ਤੂੰ ਸਾਡੇ ਅੰਗ ਹੀ ਤੋੜੀ ਜਾਂਦਾ ਸੈਂ। ਗੁਰਬਾਣੀ ਸਾਡੇ ਅੰਗ ਵੈ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਇਸੇ ਕਰਕੇ ਮਹਾਰਾਜ ਜੀ ਨੇ ਇੱਥੇ ਵੀ ਜਦੋਂ ਸਿੰਘਾਂ ਦੇ ਪੁੱਛਣ ਤੇ ਬੇਨਤੀ ਕੀਤੀ ਸੀ ਨਾ ਸਿੰਘਾਂ ਨੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ, ਜੋ ਮੁਝ ਬਚਨ ਸੁਨਨ ਕੇ ਚਾਏ, ਸੁਨੋ ਗ੍ਰੰਥ ਹਿਤ ਚਿਤ ਲਾਏ। ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਸੀ ਗਰੀਬ ਨਵਾਜ ਜੀ ਨੇ। ਇਸ ਕਰਕੇ ਜਦੋਂ ਪਾਠ ਕਰੀਏ ਜ਼ਰੂਰ ਜੀ ਲਾ ਕਰਕੇ, ਪਰ ਖਿਆਲ ਰੱਖੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਮਾਤਰਾਂ ਉਚਾਰੀਆਂ ਨੇ ਨਾ, ਜੋ ਸਤਿਗੁਰਾਂ ਜੀ ਨੇ ਲਿਖੀਆਂ ਨੇ ਲਵਾਈਆਂ ਨੇ ਮਾਤਰਾਵਾਂ, ਉਹਨਾਂ ਨੂੰ ਜ਼ਰੂਰ ਨਾਲ ਪੜ੍ਹੀਏ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਜਿਹ ਪ੍ਰਸਾਦ, ਜਿਹ ਜਹ ਨਹੀਂ ਕਹਿਣਾ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ। ਜਿਸ ਵਾਹਿਗੁਰੂ ਜੀ ਦੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਧਰਤੀ ਦੇ ਉੱਤੇ ਇਹ ਜੀਵ ਤੂੰ ਸੁਖੀ ਵਸ ਰਿਹਾ ਹੈ। ਜਿਨ੍ਹਾਂ ਕੋਲ ਧਰਤੀ ਨਹੀਂ ਰਹਿਣ ਨੂੰ ਹੁੰਦੀ, ਵੇਖੋ ਕਿਵੇਂ ਰੁਲਦੇ ਫਿਰਦੇ ਐ। ਘਰ ਨਹੀਂ ਰਹਿਣ ਨੂੰ ਹੈ ਤੇ ਕਿਵੇਂ ਸਾਧ ਸੰਗਤ ਜੀ ਆਪਣਾ ਦਿਨ ਕਟੀ ਕਰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇੰਨੇ ਸੁੱਖ ਵਾਹਿਗੁਰੂ ਜੀ ਤੋਂ ਲੈ ਰਿਹਾ ਹੈ, ਉਹਦੇ ਵਾਹਿਗੁਰੂ ਦੇ ਕਿੰਨੇ ਉਪਕਾਰ ਨੇ ਤੇਰੇ ਉੱਤੇ, ਪਰ ਤੂੰ ਉਹਦਾ ਕਦੇ ਸ਼ੁਕਰਾਨਾ ਨਹੀਂ ਕਰਦਾ ਹੈ। ਇਸ ਧਰਤੀ ਦਾ ਤੂੰ ਜਿਵੇਂ ਆਪੋ ਆਪਣੇ ਮਾਲਕੀਅਤ ਬਣੇ ਹੁੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਜੀ ਦੀ ਕਿਰਪਾ ਕਰਕੇ, ਪ੍ਰਸਾਦ ਹੈ ਕਿਰਪਾ ਕਰਕੇ, ਪ੍ਰਸ਼ਾਦ ਨਹੀਂ ਕਹੀਦਾ। ਪ੍ਰਸ਼ਾਦ ਹੁੰਦਾ ਖਾਣ ਵਾਲਾ, ਜਿਹਨੂੰ ਭੋਗ ਲੱਗਦਾ ਹੈ, ਇਹ ਪ੍ਰਸਾਦ ਹੈ। ਪ੍ਰਸ਼ਾਦ ਪ੍ਰਸਾਦ ਇਹ ਦੋਹਾਂ ਦੇ ਉਚਾਰਨ ਵਿੱਚ ਫਰਕ ਹੈ ਸਾਧ ਸੰਗਤ ਜੀ। ਬਿਨਾਂ ਸੰਥਿਆ ਤੋਂ ਆਪਾਂ ਬਾਣੀ ਨਹੀਂ ਸੁੱਧ ਪੜ ਸਕਦੇ। ਸੰਥਿਆ ਦਾ ਹੀ ਨਹੀਂ ਸਮਝ ਲੱਗਦੀ ਕਿ ਸੰਥਿਆ ਖੌਰੇ ਕਿਹਨੂੰ ਕਹਿੰਦੇ ਆ। ਸੰਥਿਆ ਬਾਣੀ ਸਿੱਖਣ ਨੂੰ ਕਹਿੰਦੇ ਆ ਕਿ ਉਹ ਸੰਖਿਆ ਹੀ ਕਹੀ ਜਾਂਦੇ। ਸੰਖਿਆ ਤਾਂ ਗਿਣਤੀ ਨੂੰ ਕਹਿੰਦੇ ਆ, ਕੋਈ ਸੈਂਟਿਆ ਹੀ ਕਹੀ ਜਾਂਦੇ।
ਇਸ ਤਰ੍ਹਾਂ ਸਾਧ ਸੰਗਤ ਜੀ ਸੰਥਿਆ ਥੱਥੇ ਨਾਲ ਹੁੰਦਾ ਹੈ ਉਚਾਰਨ ਇਹਦਾ ਭਾਵ ਕਿ ਗੁਰਬਾਣੀ ਪੜ੍ਹਨ ਦੀ ਸਿੱਖਿਆ ਲੈਣੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ हे ਪ੍ਰਾਣਾ ਧਾਰੀ ਜੀਵ ਤੂੰ ਧਰਤੀ ਦੇ ਉੱਤੇ ਬੜੇ ਸੁਖ ਦੇ ਸਹਿਤ ਵਸ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਵੇਖ ਮੇਰੀ ਇੰਨੀ ਜਗੀਰ ਹੈ, ਇੰਨੀ ਧਰਤੀ ਦਾ ਮੈਂ ਮਾਲਕ ਹਾਂ, ਧਰਤੀ ਦੇ ਉੱਤੇ ਬੜੇ ਸੁਖ ਦੇ ਸਹਿਤ ਵਸਦਾ ਹੈ, ਰਹਿੰਦਾ ਹੈ। ਸੁਤ ਪ੍ਰਹਾਤ ਮੀਤ ਬਨਤਾ ਸੰਗ ਹਸਹਿ। ਫਿਰ ਆਪਣੇ ਪੁੱਤਰ ਨਾਲ, ਸੁਤ ਭਰਾਤ ਭਰਾਵਾਂ ਨਾਲ, ਮੀਤ ਮਿੱਤਰਾਂ ਦੇ ਨਾਲ ਤੇ ਬਨਤਾ ਜਿਹੜੀ ਤੇਰੀ ਇਸਤਰੀ ਹੈ ਉਹਨਾਂ ਨਾਲ ਹੱਸਦਾ ਖੇਡਦਾ ਹੈ, ਬੜਾ ਜ਼ਿਆਦਾ ਉਹਨਾਂ ਵਿੱਚ ਤੂੰ ਲੱਗਾ ਰਹਿਣਾ। ਇਉਂ ਆਪਣੇ ਕਈ ਸਾਧ ਸੰਗਤ ਜੀ ਜ਼ਿੰਦਗੀ ਵੇਖੋ ਜਦੋਂ ਕਿਸੇ ਪੜਾਅ ਤੇ ਆ ਜਾਂਦੀ ਹੈ ਨਾ, ਉਦੋਂ ਜੀਵ ਨੂੰ ਸੰਸਾਰ ਦਾ ਮੋਹ ਤਿਆਗ ਕੇ ਤੇ ਫਿਰ ਭਜਨ ਕਰਨਾ ਚਾਹੀਦਾ। ਪੁੱਤਰਾਂ ਨੂੰ ਤਾਂ ਤੂੰ ਖਡਾ ਲਿਆ, ਮੰਨ ਲਿਆ, ਪਰ ਹੁਣ ਤੂੰ ਬਿਰਧ ਹੋ ਗਿਆ ਤੇ ਪੋਤਰਿਆਂ ਵਿੱਚ ਵੀ ਐਵੇਂ ਮੂੰਹ ਚੱਟੀ ਜਾਣਾ ਤੇ ਉਥੇ ਖਡਾਈ ਜਾਣਾ, ਕਲੋਲਾਂ ਕਰੀ ਜਾਣੀਆਂ। ਭਜਨ ਕਦੋਂ ਕਰੇਗਾ? ਪੋਤਰਿਆਂ ਨੂੰ ਵੀ ਖਡਾਉਣ ਵਿੱਚ ਤੇਰਾ ਸਾਰਾ ਦਿਨ ਲੰਘ ਜਾਂਦਾ ਹੈ, ਪਰ ਸੁਖਮਨੀ ਸਾਹਿਬ ਪੜ੍ਹਨ ਨੂੰ ਤੇਰੀ ਜਾਨ ਨਿਕਲਦੀ ਹੈ। ਜਪਜੀ ਸਾਹਿਬ ਨਹੀਂ ਤੇਥੋਂ ਪੜ੍ਹਿਆ ਜਾਂਦਾ ਤੇ ਮਹਾਰਾਜ ਕਹਿੰਦੇ ਵੇਖ ਕਿਹੋ ਜੇ ਸੁਖ ਤੂੰ ਭੋਗੀ ਜਾਣਾ ਹੈ, ਪੁੱਤਰਾਂ ਨੂੰ ਖਡਾਉਣਾ ਹੈ, ਪੁੱਤਰਾਂ ਵਿੱਚ ਪਿਆਰ ਕਰਦਾ ਹੈ, ਭਰਾਵਾਂ ਨਾਲ ਬੜਾ ਤੇਰਾ ਨੇਹ ਹੈ, ਮਿੱਤਰਾਂ ਨਾਲ ਮਿਲ ਮਿਲ ਕੇ ਤੂੰ ਪਾਰਟੀਆਂ 'ਚ ਹੀ ਤੁਰਿਆ ਰਹਿਣਾ ਹੈ ਕਿ ਸੰਬੰਧ ਰੱਖਣੇ ਪੈਂਦੇ ਆ। ਬਨਤਾ ਇਸਤਰੀ ਦੇ ਵਿਸ਼ੇ ਸੁੱਖਾਂ ਵਿੱਚ ਹੀ ਬਹੁਤ ਲੱਗਾ ਹੋਇਆ ਹੈ, ਇਹ ਤੇਥੋਂ ਛੁੱਟਦੇ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਦਾਰਾ ਸੁਖ ਭਇਓ ਦੀਨ ਪਗਹੁ ਪਰੀ ਬੇਰੀ। ਦਾਰਾ ਇਸਤਰੀ ਦੇ ਵਿਸ਼ੇ ਸੁਖ ਵਿੱਚ ਤੂੰ ਇੰਨਾ ਦੀਨ ਹੋ ਗਿਆ, ਇੰਨਾ ਕਮਜ਼ੋਰ ਹੋ ਗਿਆ ਕਿ ਤੇਰੇ ਪੈਰਾਂ ਵਿੱਚ ਇਹ ਬੇੜੀ ਪੈ ਗਈ। ਪਰਮਾਰਥ ਦੇ ਰਾਹ ਤੇ ਚੱਲਣ ਵੱਲੋਂ ਤੁਰਿਆ ਹੀ ਨਹੀਂ ਜਾਂਦਾ ਤੇਰੇ ਕੋਲੋਂ ਪਰਮਾਰਥ ਦੇ ਰਸਤੇ ਤੇ। ਇਸ ਕਰਕੇ ਮਹਾਰਾਜ ਸੁਖ ਚੇਤੇ ਕਰਾਉਂਦੇ ਐ। ਜਿਨ੍ਹਾਂ ਸੁੱਖਾਂ ਨੂੰ ਭੋਗਦਾ ਹੋਇਆ ਤੂੰ ਸਮਝ ਰਿਹਾ ਹੈ ਕਿ ਸ਼ਾਇਦ ਤੂੰ ਆਪਣੀ ਅਕਲ ਨਾਲ ਇਕੱਠੇ ਕੀਤੇ ਐ। ਇਹ ਅਕਲ ਨਹੀਂ, ਤੇਰੀ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਹੈ। ਪਰਮੇਸ਼ਰ ਦੀ ਕਿਰਪਾ ਜਾਣ ਇਹਨਾਂ ਦੇ ਪਿੱਛੇ। ਵੇਖ ਸਾਰੀ ਉਮਰ ਕਈ ਤਰਸਦੇ ਮਰ ਜਾਂਦੇ ਆ, ਪੁੱਤਰ ਦਾ ਮੂੰਹ ਨਹੀਂ ਵੇਖ ਪਾਉਂਦੇ, ਤੜਫਦੇ ਰਹਿੰਦੇ ਆ, ਕਈਆਂ ਥਾਵਾਂ ਤੇ ਆਪਣੇ ਮੰਗਾਂ ਮੰਗਦੇ ਰਹਿੰਦੇ ਆ, ਪਰ ਕਰਮ ਹੀ ਇਹੋ ਜਿਹੇ ਕੀਤੇ ਹੁੰਦੇ ਆ ਕਿ ਪੁੱਤ ਮਿਲਦਾ ਹੀ ਨਹੀਂ। ਫਿਰ ਕਈਆਂ ਕੋਲੋਂ ਭਰਾ ਹੀ ਨਹੀਂ ਹੁੰਦੇ, ਕਈਆਂ ਦੇ ਮਿੱਤਰ ਹੀ ਨਹੀਂ ਹੁੰਦੇ, ਤੇ ਕਈ ਵਿਚਾਰੇ ਜਿਹੜੇ ਆ ਉਹ ਇਸ ਪ੍ਰਕਾਰ ਵਿਆਹ ਦੇ ਖੁਣੋਂ ਹੀ, ਗ੍ਰਸਤ ਧਰਮ ਦੇ ਖੁਣੋਂ ਹੀ ਰਹਿ ਜਾਂਦੇ ਆ। ਤੈਨੂੰ ਵਾਹਿਗੁਰੂ ਨੇ ਸਾਰੇ ਸੁੱਖ ਦਿੱਤੇ, ਘਰ ਵਿੱਚ ਸੁੰਦਰ ਇਸਤਰੀ ਦਿੱਤੀ ਹੈ, ਫਿਰ ਭਰਾ ਦਿੱਤੇ ਹੈ, ਇੰਨੇ ਮਿੱਤਰ ਸੋਹਣੇ ਦਿੱਤੇ ਜਿਹੜੇ ਤੇਰੇ ਨਾਲ ਖੜਦੇ ਆ, ਤੇਰੇ ਨਾਲ ਪਿਆਰ ਕਰਦੇ ਆ, ਪੁੱਤਰ ਆਗਿਆਕਾਰੀ ਤੇਰੇ ਹਨ, ਤੇ ਤੂੰ ਕੀ ਸਮਝਦਾ ਕਿ ਤੇਰੀ ਅਕਲ ਵੈ? ਤੇਰੀ ਕੋਈ ਅਕਲ ਨਹੀਂ, ਇਹ ਵਾਹਿਗੁਰੂ ਦੀ ਕਿਰਪਾ ਹੈ। ਜਿਨ੍ਹਾਂ ਕੋਲੇ ਦਾਤਾ ਨਹੀਂ ਉਹਨਾਂ ਨੂੰ ਪੁੱਛ ਕੇ ਵੇਖ ਕਿਵੇਂ ਰੁਲਦੇ ਫਿਰਦੇ ਐ। ਜੇ ਤੇਰੇ ਕੋਲੇ ਕੁਝ ਹੈਗਾ ਨਾ ਤੇ ਇਹ ਸਮਝ ਕੇ ਤੇਰੇ ਤੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਹੈ। ਜਿਸ ਪਰਮੇਸ਼ਰ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੁੱਤਰਾਂ ਵਿੱਚ ਬੜਾ ਰਲਿਆ ਰਹਿਣਾ, ਹੱਸਦਾ ਹੈ ਉਹਨਾਂ ਨਾਲ ਤੇ ਖੇਡਦਾ ਹੈ ਆਪਣੇ ਭਰਾਵਾਂ ਦੇ ਨਾਲ, ਮਿੱਤਰਾਂ ਦੇ ਨਾਲ ਤੇ ਇਸਤਰੀ ਦੇ ਨਾਲ ਹੱਸਦਾ ਖੇਡਦਾ ਹੈ। ਜਿਹ ਪ੍ਰਸਾਦ ਪੀਵਾਹੇ ਸੀਤਲ ਜਲਾ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਸੀਤਲ ਠੰਡਾ ਜਲ ਛਕ ਕੇ ਗਰਮੀ ਵਿੱਚ ਆਪਣੇ ਚਿੱਤ ਨੂੰ ਸ਼ਾਂਤ ਕਰਦਾ। ਵੇਖ ਜਿਨ੍ਹਾਂ ਥਾਵਾਂ ਤੇ ਪਾਣੀ ਨਹੀਂ ਨਾ ਮਿਲਦਾ ਰੇਗਿਸਤਾਨ ਦੇ ਅੰਦਰ, ਉਹ ਪਏ ਤਰਸਦੇ ਰਹਿੰਦੇ ਐ, ਬੂੰਦ ਪਾਣੀ ਵਾਸਤੇ ਵੀ ਤਰਸਦੇ ਐ। ਤੈਨੂੰ ਆ ਸੀਤਲ ਠੰਡਾ ਜਲ ਜਿਹੜਾ ਇਹ ਵਾਹਿਗੁਰੂ ਨੇ ਦਿੱਤਾ ਹੈ ਨਾ ਪੀਣ ਨੂੰ, ਤੇ ਇਹ ਵੀ ਤੇਰੀ ਜਿਹੜੀ ਪਿਆਸ ਬੁਝ ਰਹੀ ਹੈ ਨਾ, ਇਹ ਵਾਹਿਗੁਰੂ ਦੀ ਕਿਰਪਾ ਹੈ, ਪਰਮੇਸ਼ਰ ਦੀ ਮਿਹਰਬਾਨਗੀ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਸ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਨਾਲ ਤੂੰ ਠੰਡਾ ਜਲ ਪੀ ਕੇ ਆਪਣੀ ਪਿਆਸ ਬੁਝਾਉਣਾ ਹੈ। ਸੁਖਦਾਈ ਪਵਨ ਪਾਵਕ ਅਮੁਲਾ। ਫਿਰ ਐਸੀ ਸੁਖਦਾਈ ਹੈ ਪਵਨ, ਪੱਖੇ ਦੀਆਂ ਪਵਨਾਂ ਭਾਵੇਂ ਬਣੀਆਂ ਹੋਈਆਂ ਪਰ ਜਿਹੜੀ
ਨਿਰੰਕਾਰ ਨੇ ਪਵਨ ਬਣਾਈ ਹੈ ਨਾ, ਇਹਦੀ ਰੀਸ ਨਹੀਂ ਕੋਈ ਹੋਰ ਮਨਸੂਹੀ ਪਵਨ ਕਰ ਸਕਦੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖ ਕੈਸੀ ਸੁਖਦਾਈ ਹੈ, ਸਾਹ ਲੈਣਾ ਇਸ ਪਵਨ ਦੇ ਅੰਦਰ ਤੇ ਤੂੰ ਇਹ ਕਦੇ ਸ਼ੁਕਰਾਨਾ ਨਹੀਂ ਕਰਦਾ, ਸੋਚਦਾ ਏਦਾਂ ਹੀ ਮੌਜਾਂ ਮਾਣ ਰਹੇ ਆ। ਵੇਖ ਵਾਹਿਗੁਰੂ ਨੇ ਹਵਾ ਬਣਾਈ ਹੈ, ਕੈਸੀ ਸੁਖਦਾਈ। ਜਦੋਂ ਹਵਾ ਗਰਮੀ ਵਿੱਚ ਸਰੀਰ ਨੂੰ ਸੀਤਲ ਸਪਰਸ਼ ਕਰਦੀ ਹੈ, ਦੁੱਖ ਤੋੜ ਦਿੰਦੀ ਹੈ। ਕਿਆ ਸੋਹਣਾ ਸਰੀਰ ਨੂੰ ਸਪਰਸ਼ ਕਰਦੀ ਹੈ ਹਵਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਬੜੀ ਹੀ ਇਹ ਸੁਖਦਾਈ ਵਾਹਿਗੁਰੂ ਨੇ ਸਵਾਸ ਦੇ ਲੈਣ ਵਾਸਤੇ ਤੇਰੇ ਸੋਹਣੀ ਹਵਾ ਜਿਹੜੀ ਆ ਉਹ ਬਣਾਈ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਸੁਖਦਾਈ ਪਵਨ ਪਾਵਕ ਅਮੁਲਾ। ਤੇ ਅਮੁੱਲਾ ਅਮੋਲਕ ਹੈ ਇਹ ਪਾਵਕ ਅਗਨੀ ਵੀ। ਜਿਸ ਅਗਨੀ ਦੇ ਵਿੱਚ ਤੂੰ ਭੋਜਨ ਬਣਾ ਬਣਾ ਕਰਕੇ ਕਿੰਨੇ ਸੋਹਣੇ ਪਕਾ ਪਕਾ ਕੇ 36 ਪ੍ਰਕਾਰ ਦੇ ਪਦਾਰਥ ਖਾਣਾ, ਇਹ ਅੱਗ ਵੀ ਤੈਨੂੰ ਵਾਹਿਗੁਰੂ ਨੇ, ਇਹ ਕੋਈ ਤੂੰ ਮੁੱਲ ਥੋੜੋ ਤਾਰਿਆ ਹੈ ਅੱਗ ਦਾ। ਇਹ ਵਾਹਿਗੁਰੂ ਨੇ ਤੈਨੂੰ ਅਗਨੀ ਦਿੱਤੀ ਹੋਈ ਹੈ ਤੇਰੇ ਜਿਹੜੇ ਆ ਸਾਰੇ ਕਾਰਜ ਸਵਾਰਨ ਵਾਸਤੇ। ਤੂੰ ਹਵਾ ਦਾ ਕੋਈ ਮੁੱਲ ਦਿੱਤਾ, ਕੋਈ ਟੈਕਸ ਪੈਂਦਾ ਤੈਨੂੰ ਹਵਾ ਦਾ? ਕੋਈ ਮੁੱਲ ਨਹੀਂ ਤਾਂ ਤਾਰਿਆ, ਇਹ ਤੈਨੂੰ ਮੁਫਤ ਵਿੱਚ ਵੀ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਜਿਹ ਦੀਨਾ ਤਿਹ ਨੀਰ ਨਿਰਮੋਲਾ, ਅਮੋਲਕ ਜਲ ਦਿੱਤਾ ਹੈ ਤੈਨੂੰ ਛਕਣ ਨੂੰ। ਇਹ ਸਾਧ ਸੰਗਤ ਜੀ, ਇਹ ਜੀਵ ਦਾ ਪਹਿਲਾ ਜਿਹੜਾ ਨਾ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਜਿਸ ਕਰਕੇ ਜੀਵ ਤੂੰ ਹਰਿਆ ਹੁੰਨਾ ਹੈ, ਤੇਰੇ ਚਿਹਰੇ ਤੇ ਖੜਾਵਟ ਆਉਂਦੀ ਹੈ, ਇਹ ਤੈਨੂੰ ਸਭ ਕੁਝ ਵਾਹਿਗੁਰੂ ਨੇ ਅਮੋਲਕ ਦਿੱਤਾ ਹੋਇਆ। ਇਹਦਾ ਮੁੱਲ ਨਹੀਂ ਹੈ ਕੋਈ, ਤੂੰ ਦੇ ਨਹੀਂ ਸਕਦਾ ਇਹਦਾ ਮੁੱਲ। ਭਲਾ ਜੇ ਪਾਣੀ ਨਾ ਹੁੰਦਾ ਤੇ ਫਿਰ ਸਾਧ ਸੰਗਤ ਜੀ ਜੀਵਨ ਹੀ ਨਹੀਂ ਹੋ ਸਕਦਾ। ਅੱਜ ਵੀ ਸਾਇੰਸ ਵਾਲੇ ਪਏ ਖੋਜਾਂ ਕਰੀ ਜਾਂਦੇ ਆ ਕਿ ਕਿਸੇ ਗ੍ਰਹਿ ਤੇ ਪਾਣੀ ਲੱਭ ਜਾਵੇ, ਕਿਉਂਕਿ ਕਹਿੰਦੇ ਜਿੱਥੇ ਪਾਣੀ ਉੱਥੇ ਜੀਵ ਜੰਤੂ ਜ਼ਰੂਰ ਹੁੰਦੇ ਆ, ਉੱਥੇ ਹੀ ਜਨ ਜੀਵਨ ਹੋ ਸਕਦਾ ਹੈ ਜਿੱਥੇ ਪਾਣੀ ਹੋਵੇ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਵੇਖ ਇਹ ਤੇਰੇ ਜੀਵਨ ਦਾ ਆਧਾਰ ਬਣਾ ਕਰਕੇ ਤੈਨੂੰ ਜਿਹੜਾ ਨਾ ਪਾਣੀ ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ। ਉਹਦੀ ਪ੍ਰਸਾਦ ਕਿਰਪਾ ਨਾਲ ਤੈਨੂੰ ਪੀਣ ਨੂੰ ਪਾਣੀ ਠੰਡਾ ਪ੍ਰਾਪਤ ਹੋਇਆ ਹੈ, ਸਵਾਸ ਲੈਣ ਵਾਸਤੇ ਸੁਖਦਾਈ ਹਵਾ ਪ੍ਰਾਪਤ ਹੋਈ ਹੈ, ਤੇ ਭੋਜਨ ਪਕਾਉਣ ਵਾਸਤੇ ਅਮੋਲਕ ਤੈਨੂੰ ਵਾਹਿਗੁਰੂ ਨੇ ਅਗਨੀ ਜਿਹੜੀ ਹੈ ਨਾ ਉਹ ਦੇਣਾ ਕੀਤੀ ਆ। ਜਿਹ ਪ੍ਰਸਾਦ ਭੋਗਹਿ ਸਭ ਰਸਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਾਰੇ ਰਸ ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੂੰ ਭੋਗਦਾ ਹੈ, ਸਾਰੇ 36 ਪ੍ਰਕਾਰ ਦੇ ਰਸ ਖਾਣਾ ਹੈ। ਕਦੇ ਸਲੂਣੇ ਭੋਜਨ ਖਾਣਾ ਹੈ, ਕਦੇ ਮਿੱਠੇ ਭੋਜਨ ਖਾਣਾ ਹੈ, ਕਦੇ ਤੁਰਸੇ ਖਾਣਾ ਹੈ, ਕਦੇ ਖੱਟੇ ਖਾਣਾ ਹੈ। ਇਸ ਪ੍ਰਕਾਰ ਦੇ ਸਾਰੇ ਰਸ ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੂੰ ਭੋਗਦਾ ਹੈ, ਮਾਣਦਾ ਹੈ। ਸਗਲ ਸਮਗਰੀ ਸੰਗ ਸਾਥ ਬਸਾ। ਸਗਲ ਸਮਗਰੀ ਸੰਗ ਸਾਥ ਬਸਾ। ਫਿਰ ਸਾਰੀ ਪਦਾਰਥਾਂ ਦੀ ਜਿਹੜੀ ਸਮਗਰੀ ਹੈ, ਪਦਾਰਥਾਂ ਦਾ ਸਮੁਦਾਇ ਹੈ, ਇਹ ਤੇਰਾ ਸੰਗੀ ਕਰਤਾ ਹੈ ਵਾਹਿਗੁਰੂ ਨੇ। ਜਿਹੜੀ ਚੀਜ਼ ਤੈਨੂੰ ਵਰਤਣ ਨੂੰ ਚਾਹੀਦੀ ਹੈ ਉਹ ਤੇਰੇ ਕੋਲ ਹੀ ਹੁੰਦੀ ਹੈ। ਇੰਨੇ ਤੈਨੂੰ ਪਦਾਰਥ ਦੇ ਦਿੱਤੇ ਹੈ। ਸਗਲ ਸਮਗਰੀ ਸੰਗ ਸਾਥ ਬਸਾ, ਇਹ ਤੇਰੇ ਸੰਗੀ ਕਰ ਦਿੱਤੇ ਹੈ, ਤੇਰੇ ਨਾਲ ਹੀ ਹਰ ਵੇਲੇ ਜਿਹੜੇ ਉਹ ਰਹਿੰਦੇ ਹਨ। ਬਸਾ ਬਸਤਰ ਦੇ ਦਿੱਤੇ ਤੈਨੂੰ ਪਹਿਨਣ ਨੂੰ ਐਡੇ ਐਡੇ ਸੋਹਣੇ। ਇਹ ਵਾਹਿਗੁਰੂ ਨੇ ਸਾਰੀ ਸਮੱਗਰੀ ਜਿਹੜੀ ਹੈ, ਸਾਰੇ ਪਦਾਰਥ ਜਿਹੜੇ ਹੈ, ਇਹ ਤੈਨੂੰ ਬਖਸ਼ਿਸ਼ ਕਰ ਦਿੱਤੇ ਹੈ, ਹਰ ਵੇਲੇ ਤੇਰੇ ਕੋਲ ਹੀ ਦੇ ਦਿੱਤੇ ਵਰਤਣ ਨੂੰ, ਕਿ ਤੈਨੂੰ ਲੈਣ ਵਾਸਤੇ ਕਿਤੇ ਜਾਣਾ ਹੀ ਨਾ ਪਵੇ। ਰੋਜ਼ਮਰਾ ਦੀਆਂ ਚੀਜ਼ਾਂ ਜਿਹੜੀਆਂ ਉਹ ਘਰ ਵਿੱਚ ਜਿਹੜੇ ਉਹ ਰੱਖਦੇ ਹਨ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਕੋਲ ਪਹੁੰਚ ਹੀ ਨਹੀਂ ਹੁੰਦੀ, ਵਿਚਾਰੇ ਕਈ ਤਰਸਦੇ ਹੀ ਰਹਿੰਦੇ ਐ। ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ। ਵੇਖ ਸਾਰਾ ਸਮੁਦਾ ਪਦਾਰਥਾਂ ਦਾ ਤੇਰਾ ਸੰਗੀ ਕਰ ਦਿੱਤਾ, ਹਰ ਵੇਲੇ ਤੇਰੇ ਨਾਲ ਹੀ ਵਸਦੇ ਐ। ਪਦਾਰਥਾਂ ਕਰਕੇ ਹੀ ਤੂੰ ਘਿਰਿਆ ਰਹਿਣਾ ਏ। ਇਹ ਨਾ ਜਾਣ ਕੇ ਤੂੰ ਆਪਣੇ ਯਤਨ ਨਾਲ ਇਕੱਠੇ ਕਰ ਲਏ ਆ ਪਦਾਰਥਾਂ ਦਾ ਸਮੁਦਾਇ। ਇਹ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ। ਪਰਮੇਸ਼ਰ ਦੀ ਮਿਹਰਬਾਨਗੀ ਨਾਲ ਤੈਨੂੰ ਇਹ ਸਾਰੀਆਂ ਚੀਜ਼ਾਂ ਮਿਲੀਆਂ ਨੇ। ਦੀਨੇ ਹਸਤ ਪਾਵ ਕਰਨ ਨੇਤ ਰਸਨਾ। ਫਿਰ ਜਿਸ ਵਾਹਿਗੁਰੂ ਨੇ ਤੈਨੂੰ ਹੱਥ ਦਿੱਤੇ ਐ, ਜਿਨ੍ਹਾਂ ਕੋਲ ਹੱਥ ਨਹੀਂ, ਵੇਖ ਉਹ ਆਪਣੀ ਮੂੰਹ ਵਿੱਚ ਬੁਰਕੀ ਤੋੜ ਕੇ ਆਪ ਨਹੀਂ ਪਾ ਸਕਦੇ। ਆਪਣਾ ਮੂੰਹ ਤੇ ਆਇਆ ਪਸੀਨਾ ਹੀ ਨਹੀਂ ਪੂੰਝਿਆ ਜਾਂਦਾ, ਮੱਖੀਆਂ ਹੀ ਨਹੀਂ ਹਟਾਈਆਂ ਜਾਂਦੀਆਂ,
ਵੇਖ ਕਿਹੋ ਜੀ ਹਾਲਤ ਹੈ। ਜਿਹੜੇ ਵਿਚਾਰੇ ਟੁੰਡੇ ਆ ਉਹ ਕੀ ਕਰ ਸਕਦੇ ਆ। ਤੈਨੂੰ ਹੱਥ ਦਿੱਤੇ ਆ ਪਰਮੇਸ਼ਰ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਦੀਨੇ ਹਸਤ ਪਾਵ, ਫਿਰ ਪਾਵ ਪੈਰ ਦਿੱਤੇ ਆ ਤੈਨੂੰ, ਚੱਲਣ ਵਾਸਤੇ ਪੈਰ ਦਿੱਤੇ। ਜਿਨ੍ਹਾਂ ਕੋਲ ਪੈਰ ਨਹੀਂ ਹੈ ਲੰਗੜੇ ਵਿਚਾਰੇ ਕੀ ਚੱਲ ਸਕਦੇ ਆ, ਤੁਰਿਆ ਨਹੀਂ ਜਾਂਦਾ। ਤੂੰ ਤਾਂ ਝਾਟੀ ਤੁਰ ਕੇ ਇੱਧਰ ਉੱਧਰ ਚਲੇ ਜਾਣਾ। ਜਿਸ ਕੋਲ ਲੱਤਾਂ ਨਹੀਂ ਉਹਨੂੰ ਪੁੱਛ ਕੇ ਵੇਖ ਕੇ ਲੱਤਾਂ ਦਾ ਸੁੱਖ ਹੁੰਦਾ ਕੀ ਹੈ। ਤੂੰ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ। ਇਹ ਉਹਦੀ ਪ੍ਰਸਾਦ ਕਿਰਪਾ ਨਾਲ ਤੈਨੂੰ ਹੱਥ ਪ੍ਰਾਪਤ ਹੋਏ ਹੈ। ਤੇ ਜਿੰਨਾ ਕੋਈ ਕਰਮ ਇਹੋ ਜਿਹਾ ਕੀਤਾ ਸਾਧ ਸੰਗਤ ਜੀ ਹੱਥ ਹੀ ਨਹੀਂ ਰਹਿੰਦੇ ਕੋਲ, ਤੇ ਫਿਰ ਕੀ ਕਰ ਸਕਦਾ ਹੈ ਜੀਵ ਹੱਥਾਂ ਤੋਂ ਬਿਨਾਂ। ਇਉਂ ਕਈ ਵਾਰੀ ਵੇਖਿਆ ਜਦੋਂ ਹੱਥ ਨਹੀਂ ਹੁੰਦੇ ਜਾਂ ਮਸ਼ੀਨ ਆਦਿਕ ਚ ਆ ਕੇ ਕੱਟੇ ਜਾਂਦੇ ਆ, ਕਈ ਜਦੋਂ ਕੋਈ ਨਹੀਂ ਸੰਭਾਲਣ ਵਾਲਾ ਹੁੰਦਾ ਫਿਰ ਕੀ ਪੇਟ ਦੀ ਅੱਗ ਤਾਂ ਸ਼ਾਂਤ ਕਰਨੀ ਹੈ ਨਾ, ਪੈਰਾਂ ਨਾਲ ਤੋੜ ਤੋੜ ਕੇ ਗਰਾਹੀਆਂ ਆਪਣੇ ਮੂੰਹ ਵਿੱਚ ਪਾਉਂਦੇ ਵੇਖੇ ਗਏ। ਇਹੋ ਜੀ ਸਾਧ ਸੰਗਤ ਜੀ ਹਾਲਤ ਹੁੰਦੀ ਹੈ। ਡਰਨਾ ਚਾਹੀਦਾ ਵਾਹਿਗੁਰੂ ਤੋਂ, ਪਰਮੇਸ਼ਰ ਦਾ ਭੈ ਕਰਨਾ ਚਾਹੀਦਾ। ਹਜੂਰ ਕਹਿੰਦੇ ਇੰਨੀਆਂ ਦਾਤਾਂ ਤੈਨੂੰ ਪਰਮੇਸ਼ਰ ਨੇ ਦਿੱਤੀਆਂ, ਵਾਹਿਗੁਰੂ ਦੇ ਉਪਕਾਰ ਚੇਤੇ ਕਰਾ ਰਹੇ ਆ ਸਤਿਗੁਰੂ ਜੀ ਸਾਡੇ ਤਾਈਂ ਕਿ ਪਰਮੇਸ਼ਰ ਨੇ ਕਿੱਡੇ ਉਪਕਾਰ ਕੀਤੇ ਐ। 2 ਹੱਥ ਦਿੱਤੇ ਤੈਨੂੰ ਕਿਰਤ ਦੇ ਕਰਨ ਵਾਸਤੇ, ਫਿਰ ਵੀ ਹੱਡ ਹਰਾਮੀ ਹੋਇਆ, ਕੰਮ ਹੀ ਨਾ ਕਰੇ ਕੋਈ, ਕਿਰਤੀ ਨਾ ਕਰੇ ਕੋਈ, ਦੂਸਰੇ ਵਾਲੀ ਭਾਲਦਾ ਰਹੇ, ਪੂਜਾ ਦਾ ਧਾਨ ਖਾ ਖਾ ਕੇ ਭ੍ਰਸ਼ਟੀ ਹੋਣਾ ਹੈ ਨਾ, ਫਿਰ ਮਾਤੀ ਮਾਰੀ ਜਾਣੀ ਹੈ ਨਾ। ਜਦੋਂ ਹੱਥੀਂ ਕਿਰਤੀ ਕੋਈ ਨਹੀਂ ਕਰਨੀ, ਭਲਾ ਹੀ ਨਹੀਂ ਕਰਨਾ, ਤੇ ਫਿਰ ਮਹਾਰਾਜ ਕਹਿੰਦੇ ਹੱਥ ਕੀ ਕਰਨ ਨੂੰ ਤੈਨੂੰ, ਜੇ ਅਗਲੇ ਜਨਮ ਵਿੱਚ ਨਾ ਮਿਲੇ ਤੇ ਕੀ ਕਰ ਲੇਗਾ। ਜ਼ੋਰ ਨਹੀਂ ਹੈ ਉਸ ਪਰਮੇਸ਼ਰ ਦੇ ਅੱਗੇ ਕੋਈ। ਪਰਮੇਸ਼ਰ ਦਾ ਸ਼ੁਕਰਾਨਾ ਕਰਿਆ ਕਰ। ਵਾਹਿਗੁਰੂ ਦੀ ਕਿਰਪਾ ਨਾਲ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਫਿਰ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ ਐ ਸੁਣਨ ਵਾਸਤੇ। ਜਿਨ੍ਹਾਂ ਨੂੰ ਕੰਨ ਨਹੀਂ, ਬੋਲਿਆਂ ਨੂੰ ਪੁੱਛ ਕੇ ਵੇਖ ਕੇ ਕੰਨਾਂ ਦਾ ਸੁੱਖ ਕੀ ਹੁੰਦਾ ਹੈ। ਸਾਧ ਸੰਗਤ ਜੀ ਜਿਹੜਾ ਬੋਲਾ ਪੁਰਸ਼ ਹੁੰਦਾ ਨਾ, ਬੋਲਾ ਜੀਵ, ਉਹਦਾ ਵਿਕਾਸ ਨਹੀਂ ਹੁੰਦਾ, ਕਿਉਂਕਿ ਉਹ ਸੁਣ ਹੀ ਨਹੀਂ ਪਾਉਂਦਾ, ਉਹਦਾ ਦਿਮਾਗ ਤਰੱਕੀ ਨਹੀਂ ਕਰ ਪਾਉਂਦਾ ਹੈ। ਸੁਣਨ ਨਾਲ ਬੜੀ ਜ਼ਿਆਦੀ ਸਾਧ ਸੰਗਤ ਜੀ ਜਿਹੜੀ ਬੁੱਧੀ ਹੈ ਨਾ ਉਹ ਵੱਧਦੀ ਹੈ, ਆਤਮ ਵਿਸ਼ਾਣੀ ਬੁੱਧੀ ਹੁੰਦੀ ਹੈ। ਪਰ ਜਦੋਂ ਸੁਣ ਹੀ ਨਹੀਂ ਸਕਦਾ ਤੇ ਫਿਰ ਉਹਦੀ ਕੀ ਹਾਲਤ ਹੁੰਦੀ ਹੈ, ਮੂਰਖਤਾਈ ਨੂੰ, ਜੜ ਪੁਣੇ ਨੂੰ ਹੀ ਰਹਿ ਜਾਂਦਾ ਹੈ ਪ੍ਰਾਪਤ ਹੋਇਆ। ਮਹਾਰਾਜ ਕਹਿੰਦੇ ਜਿਸ ਪਰਮੇਸ਼ਰ ਨੇ ਤੈਨੂੰ ਕੰਨ ਦਿੱਤੇ ਆ ਏਡੇ ਸੋਹਣੇ, ਸੁਣਦਾ ਹੈ ਤੇ ਰੰਗ ਰਾਗ ਸੁਣੀ ਜਾਂਦਾ, ਕਦੇ ਉਹਦਾ ਨਾਮ ਵੀ ਕੰਨਾਂ ਨਾਲ ਸੁਣਿਆ ਕਰਨਾ, ਕੀਰਤਨ ਵੀ ਸੁਣਿਆ ਕਰ ਕੰਨਾਂ ਦੇ ਨਾਲ। ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਹਜੂਰ ਨੇ ਆਗਿਆ ਕੀਤੀ ਹੈ ਕਿ ਕੰਨਾਂ ਨੂੰ ਤੂੰ ਸਫਲਿਆ ਨਹੀਂ ਕਰਦਾ ਹੈ, ਪੈਰਾਂ ਨੂੰ ਵੀ ਤੂੰ ਸਫਲਿਆ ਨਹੀਂ ਕਰਦਾ, ਹੱਥਾਂ ਨੂੰ ਵੀ ਤੂੰ ਸਫਲਿਆ ਨਹੀਂ ਕਰਦਾ। ਸੋਚਦਾ ਸੁਤੇ ਹੀ ਸਭ ਕੁਝ ਮਿਲਿਆ ਹੋਇਆ, ਨਹੀਂ, ਇਹ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੈਨੂੰ ਪ੍ਰਾਪਤ ਹੋਇਆ। ਹੱਥਾਂ ਨਾਲ ਟਹਿਲ ਕਰਿਆ ਕਰ ਜੇ ਹੱਥ ਸਫਲੇ ਕਰਨੇ ਤੇ, ਪੈਰ ਸਫਲੇ ਕਰਨੇ ਤੇ ਚੱਲ ਕੇ ਸੰਗਤ ਵੱਲ ਜਾਇਆ ਕਰ, ਤੇਰੇ ਪੈਰ ਸਫਲੇ ਹੋ ਜਾਣਗੇ। ਫਿਰ ਜੇ ਤੂੰ ਆਪਣੇ ਕੰਨ ਸਫਲੇ ਕਰਨੇ ਆ ਨਾ ਤੇ ਕੰਨਾਂ ਨਾਲ ਵਾਹਿਗੁਰੂ ਦਾ ਜਸ ਸੁਣਿਆ ਕਰ, ਤੇਰੇ ਕੰਨ ਲਾਏ ਹੋਏ ਸਫਲੇ ਹੋ ਜਾਣਗੇ। ਤੇ ਜੇ ਨਹੀਂ ਨਾ ਤੂੰ ਸੁਣਿਆ ਜਸ, ਫਿਰ ਮਹਾਰਾਜ ਇਹ ਵੀ ਆਖਿਆ ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਫਿਰ ਉਹਨਾਂ ਕੰਨਾਂ ਵਿੱਚ ਨਾ ਸਿੱਕਾ ਘਾਲ ਕੇ ਬੰਦ ਕਰ ਦਿੱਤੇ ਜਾਂਦੇ। ਜਨਮ ਤੋਂ ਹੀ ਬੋਲਾ ਹੋਇਓ ਤੇ ਫਿਰ ਕੀ ਕਰ ਲੇਗਾ। ਵਾਹਿਗੁਰੂ ਨੇ ਤੇਰੇ ਤਾਈਂ ਕੰਨ ਦਿੱਤੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਨੇਤਰ ਦਿੱਤੇ ਆ। ਨੇਤਰਾਂ ਦੇ ਨਾਲ ਜਿਨ੍ਹਾਂ ਕੋਲ ਸੰਸਾਰ ਦੇ ਅੰਦਰ ਅੱਖਾਂ ਨਹੀਂ ਹੁੰਦੀਆਂ ਸਾਧ ਸੰਗਤ ਜੀ, ਉਹ ਕਿਵੇਂ ਵਿਚਾਰੇ ਦੁਖੀ ਹੁੰਦੇ ਆ, ਅੰਨੇ, ਕੁਝ ਵੀ ਦਿਖਾਈ ਨਹੀਂ ਦਿੰਦਾ, ਆਪਣਾ ਪਰਾਇਆ ਨਹੀਂ ਸੁੱਝਦਾ। ਕੰਨਾਂ ਨਾਲ ਸੁਣ ਸਕਦੇ ਹੋਣ ਤਾਂ ਫਿਰ ਕਿਤੇ ਆਵਾਜ਼ ਨਾਲ ਪਹਿਚਾਨ ਲੈਂਦੇ ਆ, ਨਹੀਂ ਤੇ ਦਿਖਦਾ ਹੀ ਕੁਛ ਨਹੀਂ, ਹਨੇਰਾ ਹੀ ਹਨੇਰਾ ਅੱਖਾਂ ਦੇ ਅੱਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰ, ਉਹਨ ਤੈਨੂੰ ਨੇਤਰ ਦਿੱਤੇ ਐ। ਕਈ ਇਉਂ ਸੋਚਦੇ ਐ ਕਿ ਸ਼ਾਇਦ ਨੇਤਰਾਂ ਕਰਕੇ ਹੀ ਦਿਸਦਾ ਹੁੰਦਾ ਹੈ। ਸਾਧ ਸੰਗਤ ਜੀ ਨੇਤਰ ਕਈ ਅੰਨਿਆਂ ਕੋਲ ਵੀ ਪ੍ਰਤੱਖ ਅੱਖਾਂ ਹੁੰਦੀਆਂ, ਇਹਦੇ ਵਿੱਚ ਜੋਤ ਹੈ ਵੇਖਣ ਵਾਲੀ। ਜੇ ਵਾਹਿਗੁਰੂ ਉਹ ਹੀ ਨਾ ਪਾਏ ਤੇ ਤੂੰ ਕੀ ਕਰ ਲੇਗਾ। ਉਹਦੀ ਕਿਰਪਾ ਹੈ, ਤੈਨੂੰ ਇਹ ਵੇਖਣ ਵਾਸਤੇ ਜੋਤ ਦਿੱਤੀ ਹੈ ਅੱਖਾਂ ਦੇ ਅੰਦਰ, ਤੇਰੇ ਨੇਤਰ ਲਾ ਦਿੱਤੇ ਐ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਹੇ ਮੇਰੀਆਂ ਅੱਖੋਂ, ਹੇ ਮੇਰੇ ਨੇਤਰੋ,
ਵਾਹਿਗੁਰੂ ਨੇ ਤੁਹਾਡੇ ਵਿੱਚ ਜੋਤ ਪਾਈ ਹੈ, ਫਿਰ ਕੀ ਕਰੋ? ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਵੇਖਿਆ ਕਦੇ ਹਰੀ ਨੂੰ ਇਹਨਾਂ ਅੱਖਾਂ ਨਾਲ? ਜਿਸ ਪਰਮੇਸ਼ਰ ਨੇ ਜੋਤ ਪਾਈ ਹੈ, ਕਦੇ ਉਹਨੂੰ ਵੇਖਣ ਦੀ ਇੱਛਾ ਕੀਤੀ ਹੈ? ਤੂੰ ਅੱਖਾਂ ਨਾਲ ਕੀ ਵੇਖਦਾ ਹੈ? ਵਕਾਰ ਵੇਖਦਾ ਰਹਿਣਾ ਹੈ, ਵਾਸ਼ਨਾਵਾਂ ਵੇਖਦਾ ਰਹਿਣਾ ਹੈ, ਦੁਸ਼ਮਣ ਮਿੱਤਰ ਵੇਖਦਾ ਰਹਿਣਾ ਹੈ, ਮਾਇਆ ਦੇ ਰੰਗ ਤਮਾਸ਼ੇ ਵੇਖਦਾ ਰਹਿਣਾ ਹੈ, ਫਿਲਮਾਂ ਸਿਨੇਮੇ ਵੇਖਦਾ ਰਹਿਣਾ ਹੈ। ਕੀ ਵੇਖਦਾ? ਵੇਖ ਤਾਂ ਸਹੀ ਨਾ, ਆਪਣੇ ਅੰਦਰ ਵਿਚਾਰ ਤਾਂ ਕਰਨਾ। ਅੱਖਾਂ ਤੈਨੂੰ ਦਿੱਤੀਆਂ ਪਰਮੇਸ਼ਰ ਨੇ, ਜਿਨ ਤੈਨੂੰ ਦਿੱਤੀਆਂ ਤਰਸ ਕਰਕੇ ਕਦੇ ਸਫਲੀਆਂ ਵੀ ਕਰ ਲੈ ਇਹਨਾਂ ਅੱਖਾਂ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਹ ਪਰਮੇਸ਼ਰ ਨੇ ਦਿੱਤੀਆਂ, ਤੈਨੂੰ ਤਰਸ ਕਰਕੇ ਨੇਤਰ ਲਾ ਦਿੱਤੇ ਆ ਤੇਰੇ ਤੇ, ਇਸ ਕਰਕੇ ਅੱਖਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਦਰਸ਼ਨ ਕਰਿਆ ਕਰ। ਜੇ ਨਹੀਂ ਦਰਸ਼ਨ ਕਰਦਾ ਨਾ ਸਾਧ ਸੰਗਤ ਦੇ, ਸਾਧੂਆਂ ਦੇ, ਗੁਰਮੁਖਾਂ ਦੇ, ਤੇ ਮਹਾਰਾਜ ਆਖਿਆ ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ। ਜਿਹੜੇ ਨੇਤਰ, ਜਿਹੜੀਆਂ ਅੱਖਾਂ ਸਾਧੂਆਂ ਦਾ ਦਰਸ਼ਨ ਨਹੀਂ ਕਰਦੀਆਂ, ਸੰਗਤ ਦਾ ਦਰਸ਼ਨ ਨਹੀਂ ਕਰਦੀਆਂ, ਬੇਹਾਲ ਹਨ, ਵਿਅਰਥ ਹਨ। ਉਹਨਾਂ ਦਾ ਬੁਰਾ ਹੀ ਹਾਲ ਹੁੰਦਾ ਹੈ, ਚੰਗਾ ਹਾਲ ਨਹੀਂ ਹੁੰਦਾ। ਸਾਧ ਸੰਗਤ ਜੀ ਮੁੜ ਉਹਨਾਂ ਨੂੰ ਨੇਤਰ ਹੀ ਨਾ ਮਿਲਣ ਤੇ ਫਿਰ ਕੀ ਕਰ ਸਕਦਾ ਹੈ ਜੀਵ। ਇਸ ਕਰਕੇ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਤੈਨੂੰ ਨੇਤਰ ਪ੍ਰਾਪਤ ਹੋਏ ਹੈ ਤੇ ਫਿਰ ਰਸਨਾ ਪ੍ਰਾਪਤ ਹੋਈ ਹੈ। ਵਾਹਿਗੁਰੂ ਨੇ ਤੈਨੂੰ ਰਸਨਾ ਦਿੱਤੀ ਹੈ। ਕਿਆ? ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਸ ਪਰਮੇਸ਼ਰ ਨੇ ਤੈਨੂੰ ਜੀਭਾ ਦਿੱਤੀ ਹੈ, ਜ਼ਬਾਨ ਦਿੱਤੀ ਹੈ, ਮਿੱਠੇ ਬਚਨ ਬੋਲਿਆ ਕਰ, ਵਾਹਿਗੁਰੂ ਦੀ ਬਾਣੀ ਬੋਲਿਆ ਕਰ, ਉਸਤਤ ਕਰਿਆ ਕਰ। ਤੇ ਜੇ ਤੂੰ ਨਹੀਂ ਕਰੇਗਾ ਨਾ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਫਿਰ ਤਿਲ ਤਿਲ ਕਰਕੇ ਤੇਰੀ ਜ਼ਬਾਨ ਨੂੰ ਕੱਟ ਦਿੱਤਾ ਜਾਵੇਗਾ। ਜਿਹੜੇ ਵਿਚਾਰੇ ਗੂੰਗੇ ਆ, ਜਿਨ੍ਹਾਂ ਕੋਲ ਰਸਨਾ ਹੈ ਨਹੀਂ, ਪੁੱਛ ਕੇ ਵੇਖ ਉਹਨਾਂ ਨੂੰ ਜ਼ਬਾਨ ਦਾ ਕੀ ਸੁੱਖ ਹੁੰਦਾ। ਬੋਲਿਆ ਹੀ ਨਹੀਂ ਜਾਂਦਾ, ਕੋਈ ਬੋਲ ਹੀ ਨਹੀਂ ਸਕਦੇ ਹਨ। ਤੂੰ ਵੇਖ ਕੇ ਆਪ ਜਿਹੜੇ ਬੋਲਦਾ ਹੈ ਉਗਤੀਆਂ ਜੁਗਤੀਆਂ ਲਾ ਕਰਕੇ, ਇਹ ਰਸਨਾ ਤੇਰੀ ਬੋਲਦੀ ਹੈ ਨਾ, ਤੇ ਇਹ ਵਾਹਿਗੁਰੂ ਦੀ ਕਿਰਪਾ ਹੈ। ਪਰਮੇਸ਼ਰ ਨੇ ਤਰਸ ਕਰਕੇ ਤੈਨੂੰ ਬੋਲਣ ਦੀ ਦਾਤ ਦਿੱਤੀ ਹੈ, ਤੈਨੂੰ ਰਸਨਾ ਦਿੱਤੀ ਹੈ। ਫਿਰ ਸਵਾਦਾਂ ਦੇ ਚਖਣ ਨੂੰ ਤੈਨੂੰ ਰਸਨਾ ਦਿੱਤੀ ਹੈ ਤੇ ਤੂੰ ਚਖ ਲੈਣਾ ਹੈ। ਕਈਆਂ ਨੂੰ ਇਹ ਸਾਧ ਸੰਗਤ ਜੀ ਚਖਣ ਵਾਲਾ ਵੀ ਇੰਦਰਾ ਕੋਲ ਨਹੀਂ ਹੁੰਦਾ। ਇਹ ਗਿਆਨ ਇੰਦਰਾ ਵੀ ਹੈ ਨਾ ਰਸਨਾ, ਤੇ ਉਹ ਚਖ ਹੀ ਨਹੀਂ ਸਕਦੇ। ਕੀ ਉਹਨਾਂ ਨੂੰ ਸੰਸਾਰ ਵਿੱਚ ਕੋਈ ਰਸ ਹੀ ਨਹੀਂ ਰਹਿੰਦਾ ਹੈ? ਇਸ ਪ੍ਰਕਾਰ ਮਹਾਰਾਜ ਕਹਿੰਦੇ ਆ, ਜੇ ਵਾਹਿਗੁਰੂ ਨੇ ਤੈਨੂੰ ਇਹ ਸਭ ਕੁਝ ਦਿੱਤਾ ਹੈ ਨਾ, ਉਹਦੇ ਨਾਮ ਦਾ ਰਸ ਵੀ ਰਸਨਾ ਨਾਲ ਚਖ ਲੈ। ਨੇਤਰਾਂ ਨਾਲ ਵਾਹਿਗੁਰੂ ਦੀ ਸਾਧ ਸੰਗਤ ਦਾ ਦਰਸ਼ਨ ਕਰ ਲੈ, ਕੰਨਾਂ ਨਾਲ ਉਹਦਾ ਨਾਮ ਸੁਣ ਲੈ, ਹੱਥਾਂ ਨਾਲ ਉਹਦੀ ਟਹਿਲ ਕਰ ਲੈ, ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਉਪਕਾਰ ਦੇ ਕੰਮਾਂ ਲਈ ਚੱਲ ਕੇ ਜਾਇਆ ਕਰ। ਫਿਰ ਤੇਰੇ ਅੰਦਰੇ ਸਫਲੇ ਹੋ ਜਾਣਗੇ। ਇਹ ਵਾਹਿਗੁਰੂ ਨੇ ਅੰਗ ਪ੍ਰਤੰਗ ਤੈਨੂੰ ਆਪਣੀ ਕਿਰਪਾ ਕਰਕੇ ਮਿਹਰ ਕਰਕੇ ਦਿੱਤੇ ਨੇ। ਤਿਸਹਿ ਤਿਆਗ ਅਵਰ ਸੰਗ ਰਚਨਾ। ਤਿਸ ਪਰਮੇਸ਼ਰ ਨੂੰ ਤਿਆਗ ਕਰਕੇ ਤੇ ਤੂੰ ਹੋਰਨਾਂ ਪਦਾਰਥਾਂ ਦੇ ਨਾਲ ਰਚਨਾ ਰਚ ਰਿਹਾ, ਮਿਲ ਰਿਹਾ, ਇਹ ਕਿੱਡੀ ਤੇਰੀ ਗਲਤੀ ਹੈ। ਵੇਖ ਕਿੱਡੀ ਤੇਰੀ ਭੁੱਲ ਹੈ। ਮਹਾਰਾਜ ਨੇ ਕਿਹਾ ਨਾ, ਭਜੋ ਗੋਬਿੰਦ ਭੂਲ ਮਤ ਜਾਹੋ। ਭੁੱਲ ਨਾ ਕਰ ਲੈ ਤੂੰ ਕਿਤੇ, ਕਿਉਂਕਿ ਗਲਤੀ ਨਾਲ ਤੂੰ ਜਦੋਂ ਸੰਸਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰ ਰਿਹਾ ਤੇ ਇਹ ਸਾਰਾ ਅਜਾਈ ਚਲੇ ਜਾਣਾ, ਸਾਰਾ ਵਿਅਰਥ ਹੋ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਤਿਸਹਿ ਤਿਆਗ, ਉਸ ਪਰਮੇਸ਼ਰ ਦਾ ਤਿਆਗ ਕਰ ਛੱਡਿਆ ਜਿਨ ਤੈਨੂੰ ਅੱਖਾਂ ਦਿੱਤੀਆਂ ਹੋਈਆਂ। ਵੇਖ ਭੋਰਾ ਜਿਹਾ ਕੋਈ ਚੀਜ਼ ਦੇਵੇ ਨਾ ਤੇ ਤੂੰ ਉਹਦੇ ਉਪਕਾਰ ਨੂੰ ਭੁਲਾ ਦੇ, ਤੇ ਉਹਨੂੰ ਕੀ ਕਹਿੰਦੇ ਆ? ਇਹ ਕਿਰਤਕਣ ਕਹਿੰਦੇ ਆ ਸਾਧ ਸੰਗਤ ਜੀ। ਜੇ ਤੂੰ ਵਾਹਿਗੁਰੂ ਨੂੰ ਭੁਲਾ ਰਿਹਾ, ਪਰਮੇਸ਼ਰ ਦਾ ਤਿਆਗ ਕਰ ਰਿਹਾ, ਕੋਈ ਕਹੇ ਮੈਂ ਤਾਂ ਨਹੀਂ ਕੀਤਾ ਤਿਆਗ, ਤੂੰ ਭਾਈ ਸਾਰਾ ਦਿਨ ਚ ਕਦੇ ਜਪਜੀ ਸਾਹਿਬ ਨਹੀਂ ਪੜ੍ਹਨਾ ਤੇ ਹੋਰ ਤਿਆਗ ਕਰਨਾ ਕੀ ਹੁੰਦਾ ਹੈ? ਹੋਰ ਤਾਂ ਤੈਨੂੰ ਸਾਰੀਆਂ ਗੱਲਾਂ ਪਤਾ ਨੇ, ਸਾਰੇ ਢੰਗ ਤਰੀਕੇ ਪਤੇ ਹੈ, ਤੇ ਦੂਸਰਿਆਂ ਨੂੰ ਬੇਵਕੂਫ ਬਣਾਉਣਾ ਬੜਾ ਤੂੰ ਜਾਣਦਾ ਹੈ। ਗੱਲਾਂ ਦੀਆਂ ਚਤੁਰਾਈਆਂ ਤੈਨੂੰ ਬੜੀਆਂ ਆਉਂਦੀਆਂ, ਪਰ ਕੀ ਨਹੀਂ ਆਉਂਦਾ? ਇੱਕ ਜਪਜੀ ਸਾਹਿਬ ਨਹੀਂ ਪੜ੍ਹਨਾ ਆਉਂਦਾ। ਕਿਹਾ ਬਾਬਾ ਜੀ ਇਹ ਤਾਂ ਸਿੱਖਿਆ ਹੀ ਨਹੀਂ, ਤੇ ਫਿਰ ਤੇਰਾ ਪ੍ਰੇਮ ਤੇ ਨਹੀਂ ਨਾ ਲੱਗਾ ਹੋਇਆ, ਝੂਠ ਬੋਲਦਾ ਨਾ ਤੂੰ। ਤਿਆਗ ਕੀਤਾ ਹੋਇਆ ਨਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ, ਤੇ ਕਹਿਣਾ ਹੈ ਕਿ ਮਹਾਰਾਜ ਮੈਂ ਤੇਰਾ ਸਿੱਖ ਹਾਂ।
ਇਹ ਝੂਠ ਬੋਲਦਾ। ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੇਰੀ ਕਰਤੂਤ ਕੀ ਹੈ, ਤੇਰੇ ਕਰਮ ਕੀ ਹਨ, ਤੇ ਤੂੰ ਸਮਝ ਕੀ ਬੈਠਾ ਹੋਇਆ ਹੈ। ਤਿਸ ਪਰਮੇਸ਼ਰ ਦਾ ਤੂੰ ਤਿਆਗ ਕਰ ਛੱਡਿਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਏਡੇ ਉਪਦੇਸ਼ ਦਾ ਤੂੰ ਤਿਆਗ ਕਰ ਛੱਡਿਆ, ਜਿਨ੍ਹਾਂ ਸਤਿਗੁਰਾਂ ਜੀ ਨੇ ਸਾਰਾ ਪਰਿਵਾਰ ਵਾਰ ਕੇ ਤੇਰੀ ਸਰਦਾਰੀ ਕਾਇਮ ਕੀਤੀ ਹੈ, ਤੈਨੂੰ ਆਪਣਾ ਬਣਾਇਆ, ਉਹਨਾਂ ਸਤਿਗੁਰਾਂ ਨੂੰ ਤੂੰ ਤਿਆਗ ਦਿੱਤਾ ਹੋਇਆ ਹੈ। ਤਿਸੇ ਤਿਆਗ ਅਵਰ ਸੰਗ ਰਚਨਾ। ਅਵਰ ਜਿਹੜੀਆਂ ਹੋਰ ਚੀਜ਼ਾਂ ਨੇ ਨਾ, ਵਿਸ਼ੇ ਵਿਕਾਰ ਹਨ, ਹੋਰ ਰਸ ਹਨ, ਉਹਨਾਂ ਵਿੱਚ ਤੇਰੀ ਰਚਨਾ ਜਿਹੜੀ ਹੈ ਨਾ ਉਹ ਤੂੰ ਰਚਿਆ ਹੋਇਆ, ਭਾਵ ਮਿਲਿਆ ਹੋਇਆ, ਲੱਗਿਆ ਹੋਇਆ ਹੈ। ਐਡੇ ਉਪਕਾਰੀ ਪਰਮੇਸ਼ਰ ਦਾ ਤੂੰ ਤਿਆਗ ਕਰ ਛੱਡਿਆ ਹੈ। ਵੇਖ, ਜਿਨ ਥੋੜੀ ਜੀ ਚੀਜ਼ ਦਿੱਤੀ ਹੋਵੇ ਤਾਂ ਉਹਦਾ ਉਪਕਾਰ ਚੇਤੇ ਰੱਖੀਦਾ। ਜਿਸ ਪਰਮੇਸ਼ਰ ਨੇ ਤੈਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਲੱਤਾਂ ਦਿੱਤੀਆਂ, ਹੱਥ ਦਿੱਤੇ, ਐਡੇ ਉਪਕਾਰ ਤੇਰੇ ਤੇ ਕੀਤੇ। ਮਹਾਰਾਜ ਕਹਿੰਦੇ ਤੇਰੀ ਗਲਤੀ ਹੈ, ਤੂੰ ਉਹਨੂੰ ਭੁਲਾ ਛੱਡਿਆ ਏ। ਐਸੇ ਦੋਖ ਮੂੜ ਅੰਧ ਵਿਆਪੇ। ਹਜ਼ੂਰ ਕਹਿੰਦੇ ਨੇ ਇਹੋ ਜਿਹੇ ਦੋਸ਼ ਨੇ ਇਸ ਜੀਵ ਦੇ ਅੰਦਰ, ਐਸੇ ਦੋਖ ਮੂੜ ਅੰਧ ਵਿਆਪੇ, ਤੇ ਮੂਰਖ ਅੰਨਾ ਹੋ ਰਿਹਾ ਹੈ। ਇਹੋ ਜਿਹੇ ਦੋਸ਼ ਇਹਨੂੰ ਵਿਆਪ ਰਹੇ ਆ, ਲੱਗ ਰਹੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀ ਦੇ ਅੱਗੇ ਹੁਣ ਅਰਦਾਸ ਕਰਦੇ ਹੋਏ ਦੂਸਰੀ ਪੌੜੀ ਦੀ ਸਮਾਪਤੀ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਆ, ਹੇ ਵਾਹਿਗੁਰੂ, ਐਸੇ ਦੋਸ਼ ਇਸ ਜੀਵ ਨੂੰ ਵਿਆਪ ਰਹੇ ਆ, ਲੱਗ ਰਹੇ ਆ, ਜਿਸ ਕਰਕੇ ਕਿ ਅੰਨਾ ਹੋ ਰਿਹਾ ਆਪਦੇ ਸਰੂਪ ਦੇ ਵੇਖਣ ਵੱਲੋਂ, ਅੰਨਾ ਹੋ ਰਿਹਾ ਤੁਹਾਡੇ ਪਰਉਪਕਾਰਾਂ ਨੂੰ ਵੇਖਣ ਵੱਲੋਂ। ਮਹਾਰਾਜ ਮੂੜ ਬੇਸਮਝ ਹੋ ਰਿਹਾ, ਇਹਨੂੰ ਅਕਲ ਕੋਈ ਨਹੀਂ ਆ ਰਹੀ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਸਾਨੂੰ ਚੇਤੇ ਕਰਾ ਰਹੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਐ ਕਿ ਵੇਖ ਇੰਨਾ ਕੁਛ ਤੈਨੂੰ ਪਰਮੇਸ਼ਰ ਨੇ ਦਿੱਤਾ ਹੈ, ਪਰ ਤੇਰੇ ਮਨ ਦੇ ਅੰਦਰ ਵਿਆਪ ਕੀ ਰਿਹਾ ਹੈ, ਤੇਰੇ ਮਨ ਦੇ ਉੱਤੇ ਪ੍ਰਭਾਵ ਕਿਸ ਚੀਜ਼ ਦਾ ਹੈ। ਵਾਹਿਗੁਰੂ ਦਾ ਪ੍ਰਭਾਵ ਤਾਂ ਨਹੀਂ ਨਾ ਤੇਰੇ ਮਨ ਤੇ ਪਿਆ। ਜਿੰਨੇ ਇੰਨੇ ਪਰਉਪਕਾਰ ਤੇਰੇ ਤੇ ਕੀਤੇ ਐ, ਉਹਦਾ ਪਿਆਰ ਤਾਂ ਨਹੀਂ ਤੇਰੇ ਅੰਦਰ ਜਾਗਿਆ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਐਸੇ ਦੋਖ ਮੂੜ ਅੰਧ ਵਿਆਪੇ। ਮਹਾਰਾਜ ਇਹੋ ਜਿਹੇ ਦੋਸ਼ ਜਿਹੜੇ ਇਸ ਮੂਰਖ ਨੂੰ ਵਿਆਪ ਰਹੇ ਐ, ਲੱਗ ਰਹੇ ਹਨ, ਆਪ ਜੀ ਦੇ ਨਾਮ ਤੋਂ ਬੇਮੁਖ ਹੋ ਰਿਹਾ, ਇਸ ਕਰਕੇ ਇਹ ਜੀਵ ਅੰਨਾ ਹੋ ਰਿਹਾ ਏ। ਨਾਨਕ ਕਾਢ ਲੇਹੋ ਪ੍ਰਭ ਆਪੇ। ਹੇ ਸੱਚੇ ਪਾਤਸ਼ਾਹ, ਹੇ ਨਿਰੰਕਾਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਹੇ ਪ੍ਰਭੂ, ਆਪ ਹੀ ਕਿਰਪਾ ਕਰਕੇ ਕੱਢ ਲਓ ਇਸ ਮਹਾਰਾਜ ਸੰਸਾਰ ਦੀ ਦਲਦਲ ਵਿੱਚੋਂ, ਆਪ ਹੀ ਕਿਰਪਾ ਕਰਕੇ ਖਿੱਚ ਲਵੋ, ਕੱਢ ਲਵੋ। ਸੱਚੇ ਪਾਤਸ਼ਾਹ ਜੀ ਅਰਦਾਸ ਕਰੀਏ, ਹਰਜੂ ਰਾਖ ਲਿਓ ਪਤ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪਤ ਰੱਖ ਲਓ। ਮਹਾਰਾਜ ਕਿਰਪਾ ਕਰੋ, ਐਡਾ ਅਕਿਰਤ ਘਣਵਾ ਤੁਹਾਡੇ ਤੋਂ ਬਿਨਾਂ ਕੌਣ ਬਖਸ਼ ਸਕਦਾ ਹੈ। ਆਪ ਕਿਰਪਾ ਕਰਕੇ ਬਖਸ਼ ਲਓ। ਮਹਾਰਾਜ ਕਿਰਪਾ ਕਰਕੇ ਸੰਸਾਰ ਦੇ ਸਤਿਗੁਰੂ ਜੀ ਵਿਸ਼ਿਆਂ ਵਕਾਰਾਂ ਦੇ ਅੰਦਰੋਂ, ਇਸ ਦਲਦਲ ਦੇ ਅੰਦਰੋਂ ਆਪ ਕਿਰਪਾ ਕਰਕੇ ਮਹਾਰਾਜ ਕੱਢ ਲਓ, ਸਾਨੂੰ ਬਚਾ ਲਓ, ਮਿਹਰ ਕਰੋ। ਇਹ ਸਾਧ ਸੰਗਤ ਜੀ ਅਗਲੀ ਪੌੜੀ ਫਿਰ ਆਰੰਭ ਕੀਤੀ ਤੇ ਸਮਾਂ ਵੱਧ ਲੱਗ ਜਾਏਗਾ, ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਦਿਹਾੜਾ ਹੋਣ ਕਰਕੇ ਸਮਾਂ ਥੋੜਾ ਜਿਹਾ ਉਧਰ ਵੀ ਲੱਗਾ ਹੈ, ਤੋ ਇਸ ਕਰਕੇ ਇੱਕ ਹੀ ਪੌੜੀ ਹੋ ਸਕੀ ਹੈ। ਮਹਾਰਾਜ ਨੂੰ ਪਾਇਆ ਤਾਂ ਕੱਲ ਸੰਪੂਰਨਤਾ ਸਤਿਗੁਰੂ ਜੀ ਜਿਵੇਂ ਮਹਾਰਾਜ ਸਾਹਿਬ ਜੀ ਕਰਨਗੇ, ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਹਜੂਰ ਦਾ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਵਾਹਿਗੁਰੂ ਦੇ ਉਪਕਾਰਾਂ ਨੂੰ ਅਸੀਂ ਚੇਤੇ ਕਰੀਏ, ਚੇਤੇ ਕਰਕੇ ਹੀ ਉਸ ਦਾ ਸ਼ੁਕਰਾਨਾ ਕਰੀਏ। ਮਹਾਰਾਜ ਨੇਤਰ ਦਿੱਤੇ ਐ, ਤੇਰਾ ਬਹੁਤ ਸ਼ੁਕਰਾਨਾ ਹੈ। ਕਿਰਪਾ ਕਰ ਮਹਾਰਾਜ, ਮੈਂ ਨੇਤਰਾਂ ਨਾਲ ਤੇਰਾ ਦਰਸ਼ਨ ਵੀ ਕਰ ਸਕਾਂ, ਤੇਰੀ ਸਾਧ ਸੰਗਤ ਦਾ ਰੋਜ਼ ਦਰਸ਼ਨ ਕਰਿਆ ਕਰਾਂ, ਤੇਰੇ ਨਾਮ ਜਪਣ ਵਾਲੇ ਗੁਰਸਿੱਖਾਂ ਦੇ ਦਰਸ਼ਨ ਕਰਿਆ ਕਰਾਂ। ਮਹਾਰਾਜ ਜੀਭਾ ਦਿੱਤੀ ਐ, ਇਸ ਜੀਭਾ ਨਾਲ ਮੈਂ ਤੇਰਾ ਨਾਮ ਜਪਾਂ, ਤੂੰ ਹੀ ਦੀ ਰਟਣ ਲਾਵਾਂ। ਗੁਰੂ ਜੀ ਦਾ ਦਿੱਤਾ ਹੋਇਆ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਜਪਾਂ। ਵੇਖੋ ਜਦੋਂ ਮੂੰਹ ਤੋਂ ਜਪੀਏ ਨਾ ਆਵਾਜ਼ ਨਾਲ, ਤੇ ਇਹ ਧੁਨ ਕੰਨਾਂ ਨੂੰ ਸੁਣਦੀ ਹੈ। ਕਿੰਨੇ ਵਿਕਾਸ ਦੇ ਸਤਿਗੁਰਾਂ ਜੀ ਨੇ ਸਾਨੂੰ ਇਹ ਇੰਦਰੇ ਦਿੱਤੇ ਹੈ। ਸਾਧ ਸੰਗਤ ਜੀ, ਜੀਵ ਨੂੰ ਅੰਧਕਾਰ ਵਿੱਚੋਂ ਚਾਨਣ ਹੋ ਜਾਂਦਾ ਹੈ ਜਦੋਂ ਗੁਰਮੰਤਰ ਨੂੰ ਰਸਨਾ ਨਾਲ ਜਪੇ ਤੇ ਕੰਨਾਂ ਨਾਲ ਸੁਣੇ। ਮਹਾਰਾਜ ਕਹਿੰਦੇ ਕਿੱਡੀ ਭੁੱਲ ਹੈ ਤੇਰੀ, ਸਾਰੇ ਇੰਦਰੇ ਐਵੇਂ ਵਿਅਰਥ ਹੀ ਗਵਾ ਰਿਹਾ ਹੈ। ਜੇ ਨਾ ਮਿਲੇ ਤੇ ਕੀ ਕਰ ਲੇਗਾ। ਵਾਹਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ। ਜਿਹ ਪ੍ਰਸਾਦ, ਜਿਸ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਦੇ ਨਾਲ ਇਹ ਤੈਨੂੰ ਸਾਰੀਆਂ ਦਾਤਾਂ ਪ੍ਰਾਪਤ ਹੋਈਆਂ, ਉਹਨੂੰ ਚੇਤੇ ਕਰ।
ਹਜੂਰ ਸਾਡੇ ਲਈ ਅਰਦਾਸ ਕਰਦੇ ਹੋਏ ਕਹਿੰਦੇ ਮਹਾਰਾਜ ਐਸੇ ਦੋਸ਼ਾਂ ਕਰਕੇ ਜੀਵ ਅੰਨਾ ਹੋ ਰਿਹਾ, ਮੂਰਖ ਹੋ ਰਿਹਾ ਹੈ, ਆਪ ਕਿਰਪਾ ਕਰੋ, ਮਿਹਰ ਕਰਕੇ ਮਹਾਰਾਜ ਇਸ ਦਲਦਲ ਵਿੱਚੋਂ ਕੱਢ ਲਓ, ਮਿਹਰ ਕਰਕੇ ਮਹਾਰਾਜ ਬਚਾ ਲਓ, ਅਕਿਰਤ ਘਣਤਾ ਦੇ ਦੋਸ਼ ਤੋਂ ਬਚਾ ਲਓ। ਇਹ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਲਈ ਅਰਦਾਸ ਕਰਦੇ ਆ ਅਖੀਰਲੀਆਂ 2 ਪੰਕਤੀਆਂ ਅੰਦਰ ਜਦੋਂ ਪੌੜੀ ਦੀ ਸਮਾਪਤੀ ਕਰਦੇ ਆ। ਅੱਗੇ ਜਿਵੇਂ ਸਤਿਗੁਰੂ ਜੀ ਸਾਨੂੰ ਹੋਰ ਉਪਕਾਰ ਚੇਤੇ ਕਰਾਉਣਗੇ ਇਸ ਅਸ਼ਟਪਦੀ ਦੇ ਅੰਦਰ, ਵਾਹਿਗੁਰੂ ਦੇ ਕਿੱਡੇ ਵੱਡੇ ਉਪਕਾਰ ਹੈ ਤੇ ਜੀਵ ਤੇਰਾ ਸੁਭਾਅ ਕਿਹੋ ਜਿਹਾ ਢੀਠ ਹੈ ਵੀ ਮਹਾਰਾਜ ਸਾਨੂੰ ਦਿਖਾਉਣਗੇ ਸਾਡਾ ਸੁਭਾਅ ਕਿ ਏਡੇ ਉਪਕਾਰੀ ਵਾਹਿਗੁਰੂ ਨੂੰ ਅਸੀਂ ਚੇਤੇ ਨਹੀਂ ਕਰਦੇ ਹਾਂ। ਇਹ ਸਾਨੂੰ ਇਹੋ ਜਿਹੇ ਪਾਪ ਦੋਸ਼ ਜਿਹੜੇ ਉਹ ਲੱਗ ਰਹੇ ਆ, ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਾਂ ਅੱਗੇ ਤੀਸਰੀ ਪੌੜੀ ਜਿਹੜੀ ਆ ਉਹ ਕੱਲ ਨੂੰ ਸਰਵਣ ਕਰਾਂਗੇ। ਸਮਾਂ ਆਗਿਆ ਨਹੀਂ ਦਿੰਦਾ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।